ਤਸਵੀਰਾਂ ਦਿਖਾਈਆਂ ਪਹਿਲਾਂ ਤੁਹਾਨੂੰ ਜਿਹੜੀ ਰਾਮਗੜ੍ਹ ਪਿੰਡ ਦੇ ਕੋਲ ਡਬਲ ਰੋਡ ਤੇ ਉਹਦੇ ਪਿੱਛੇ ਦੇਖ ਸਕਦੇ ਹੋ ਜਾ ਰਹੀ ਆ। ਔਰ ਇਸ ਜ਼ਮੀਨ ਜਿਹੜੀ ਕਿ ਪਰਲ ਦੀ ਜ਼ਮੀਨ ਦੱਸੀ ਜਾ ਰਹੀ ਆ, ਪਰਲ ਕੰਪਨੀ ਦੀ। ਕਿਤੇ ਨਾ ਕਿਤੇ ਗਰੀਬ ਲੋਕਾਂ ਨੇ ਜਿਹੜਾ ਪੈਸਾ ਇਨਵੈਸਟ ਕੀਤਾ ਸੀਗਾ ਇਹਦੇ ਵਿੱਚ, ਸਰਕਾਰਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਹਾਈ ਕੋਰਟ ਦੇ ਵਿੱਚ, ਜਿਸ ਤਰ੍ਹਾਂ ਕਿ ਕਈ ਦਿਨਾਂ ਤੋਂ ਟੀਵੀ ਦੇ ਤੇ ਮੁੱਦਾ ਗਰਮਾਇਆ ਹੋਇਆ ਵਾ। ਸਮਾਜ ਸੇਵੀ ਕਮਲ ਮੰਗੜ ਜੀ ਨੇ ਮੁੱਦਾ ਚੱਕਿਆ ਸੀਗਾ। ਪਰਿਵਾਰਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਅਸੀਂ ਪੈਸਾ ਲਗਾਇਆ ਸੀਗਾ ਕੰਪਨੀ ਵੱਲੋਂ ਪੈਸਾ ਮਾਰ ਲਿਆ ਗਿਆ ਵਾ। ਕਿਤੇ ਨਾ ਕਿਤੇ ਲੋਕਾਂ ਨੂੰ ਪੈਸਾ ਰਿਲੀਫ ਵਾਪਸ ਰੀਫੰਡ ਕਰਾਉਣ ਦੇ ਲਈ ਪ੍ਰੋਪਰਟੀ ਸੇਲ ਕਰਕੇ ਪਰਲ ਦੀ ਜਿਹੜੀ ਇਹ ਜ਼ਮੀਨ ਹੈ ਤੇ ਲੋਕਾਂ ਨੂੰ ਪੈਸਾ ਦਿੱਤਾ ਜਾਵੇ। ਤੇ ਮੁੱਦਾ ਚੱਕਿਆ ਸੀਗਾ ਸਮਾਜ ਸੇਵੀ ਕਮਲ ਮੰਗੜ ਜੀ ਨੇ, ਜਿਹੜੇ ਕਿ ਪਿੰਡ ਰਾਮਗੜ੍ਹ ਤੋਂ ਬਿਲੋਂਗ ਕਰਦੇ ਨੇ। ਸਾਡੇ ਨਾਲ ਇਸ ਟਾਈਮ ਮੌਕੇ ਤੇ ਖੜੇ ਨੇ ਕਮਲ ਮੰਗੜ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੰਗੜ ਸਾਹਿਬ, ਇੱਕ ਜ਼ਮੀਨ ਨੂੰ ਪਰਲ ਦੀ ਨੂੰ ਲੈ ਕੇ ਕੋਈ ਬੜਾ ਮੁੱਦਾ ਗਰਮਾਇਆ ਹੋਇਆ ਵਾ ਸਰ। ਪਹਿਲਾਂ ਤਾਂ ਸ਼ੁਰੂ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਸਾਰਾ ਮੁੱਦਾ ਦੱਸੋ ਸਰ, ਮੈਟਰ ਹੈ ਕੀ ਹੈ ਜੀ? ਮਸਲਾ ਇਹ ਆ ਵੀ ਜਿਹੜੀ ਪੌਂਜੀ ਸਕੀਮ ਸੀ ਪਰਲ, ਇੱਕ ਪੌਂਜੀ ਸਕੀਮ ਮਤਲਬ ਵੀ ਪਿਰਾਮਿਡ ਸਕੀਮ ਬਣਾਈ ਜਾਓ। ਕਿਸੇ ਤੋਂ 500 ਰੁਪਈਆ ਲੈ ਲਓ, 1000 ਰੁਪਈਆ ਲੈ ਲਓ, ਉਹਦਾ 10,000 ਹੋ ਗਿਆ, ਉਹਨੂੰ ਕਹਿ ਦੇਣਾ ਕਿ ਤੁਹਾਡੇ 15 ਬਣ ਗਏ ਸਾਡੇ ਕੋਲ। ਇਹਨੂੰ ਪੌਂਜੀ ਸਕੀਮ ਕਹਿੰਦੇ ਆਪਾਂ। ਇਹ ਪਰਲ ਇੱਕ ਬਹੁਤ ਵੱਡੀ ਪੌਂਜੀ ਸਕੀਮ ਸੀ ਜਿਹਨੇ 46,000 ਕਰੋੜ ਰੁਪਈਆ ਪੂਰੇ ਇੰਡੀਆ ਦੇ ਵਿੱਚੋਂ ਲੋਕਾਂ ਤੋਂ ਇਕੱਠਾ ਕਰ ਲਿਆ। ਉਹ ਲੋਕਾਂ ਤੋਂ ਜੋ ਪੈਸਾ ਇਕੱਠਾ ਕਰਕੇ ਇਹਨਾਂ ਨੇ ਪ੍ਰਾਪਰਟੀਆਂ ਖਰੀਦ ਲੀਆਂ। ਲੋਕਾਂ ਨੂੰ ਲਾਲਚ ਦੇਈ ਗਿਆ ਕਿ ਤੁਹਾਨੂੰ ਪਹਿਲੀ ਵਾਰ ਪੈਸਿਆਂ ਦਾ ਲੱਖ ਦਾ 1.5 ਲੱਖ ਮਿਲੂ, ਜੇ ਤੁਸੀਂ 1.5 ਦਿਓਗੇ ਫਿਰ 2.5 ਮਿਲੂ, ਜੇ ਤੁਸੀਂ 2.5 ਦਿਓਗੇ ਉਹਦਾ 6 ਲੱਖ ਮਿਲੂਗਾ। ਮਤਲਬ ਇਸ ਤਰੀਕੇ ਨਾਲ ਬਹੁਤ ਵੱਡਾ ਲਾਲਚ ਦੇ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਜ਼ਮੀਨਾਂ ਖਰੀਦ ਲੀਆਂ। ਜ਼ਮੀਨਾਂ ਖਰੀਦਣ ਤੋਂ ਬਾਅਦ ਇਹਨਾਂ ਨੇ ਉਹ ਲੋਕਾਂ ਨੂੰ, ਜਿਹੜੇ ਇਨਵੈਸਟਰ ਸੀਗੇ ਛੋਟੇ ਛੋਟੇ, ਉਹਨਾਂ ਨੂੰ ਝੱਗਾ ਚੱਕਤਾ ਕਿ ਸਾਡੇ ਕੋਲ ਕੁਝ ਨਹੀਂ ਹੈਗਾ ਜੀ। ਔਰ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਅੱਜ ਤੁਸੀਂ ਇਹ ਮੈਟਰ ਚੱਕਿਆ, ਪਹਿਲਾਂ ਤਾਂ ਸਾਨੂੰ ਸਾਡੇ ਨਾਲ ਆਓ, ਸਾਨੂੰ ਸਪੋਰਟ ਦਿਖਾਓ। ਜ਼ਮੀਨ ਦੱਬੀ ਗਈ ਆ ਔਰ ਆਹ ਨਾਲਾ ਵੀ ਨਿਕਲ ਕੇ ਜਾ ਰਿਹਾ ਵਾ, ਇਹਦੇ ਬਾਰੇ ਵੀ ਕੁਝ ਚਾਨਣਾ ਪਾਓ, ਜਾਗਰੂਕ ਕਰੋ ਲੋਕਾਂ ਨੂੰ ਵੀ ਇਹ ਪ੍ਰਾਪਰਟੀ ਜਾਂ ਜ਼ਮੀਨ ਕਿੱਥੋਂ ਸ਼ੁਰੂ ਹੁੰਦੀ ਆ ਔਰ ਇਸ ਨਾਲੇ ਦਾ ਕੀ ਰੋਲ ਹੈ। ਇਹ ਨਾਲਾ ਜਿਹੜਾ ਜੀ ਇਰੀਗੇਸ਼ਨ ਦੀ ਇੱਥੋਂ ਮਤਲਬ 200 ਮੀਟਰ ਪਿੱਛੇ ਤੋਂ ਇਰੀਗੇਸ਼ਨ ਨੇ ਨਾਲਾ ਪਾ ਕੇ ਆਹ ਖੇਤ ਤੱਕ ਛੱਡਤਾ ਸੀਗਾ ਜੀ। ਕਿਉਂ ਕਰਕੇ ਕਾਗਜ਼ਾਂ ਦੇ ਵਿੱਚ ਇਰੀਗੇਸ਼ਨ ਕੋਲ ਪਾਣੀ ਦੇਣ ਨੂੰ ਜ਼ਮੀਨ ਅੱਗੇ ਹੈ ਨਹੀਂ ਗੀ ਜੀ। ਉਹ ਹੈ ਨਹੀਂ ਗੀ ਇਸ ਲਈ ਕਿਉਂਕਿ ਪਰਲ ਨੇ ਜਦੋਂ ਜ਼ਮੀਨ ਖਰੀਦ ਲਈ ਉਹ ਕਮਰਸ਼ੀਅਲ ਪ੍ਰਾਪਰਟੀ ਹੋ ਗਈ ਜੀ। ਹੁਣ ਹੋਇਆ ਕੀ ਆ, ਕਮਰਸ਼ੀਅਲ ਪ੍ਰਾਪਰਟੀ ਹੋਣ ਤੋਂ ਬਾਅਦ ਇਰੀਗੇਸ਼ਨ ਨੇ ਪਾਣੀ ਬੰਦ ਕਰਤਾ ਕਾਗਜ਼ਾਂ ਦੇ ਵਿੱਚ। ਪਰ ਹੁਣ ਜਿਹੜੇ ਪਰਲ ਕੰਪਨੀ ਨੂੰ ਦੱਬਣ ਵਾਲੇ ਮਗਰਮੱਛ ਨੇ, ਭੂ ਮਾਫੀਆ ਵਾ, ਉਹਨਾਂ ਨੇ ਨਾਲੇ ਤਾਂ ਜ਼ਮੀਨ ਦੱਬੀ ਹੋਈ ਆ। ਦੱਬਣ ਤੋਂ ਬਾਅਦ ਉਹਨਾਂ ਨੂੰ ਜਦੋਂ ਪਾਣੀ ਦਾ ਕੋਈ ਹੀਲਾ ਨਾ ਹੁੰਦਾ ਦੇਖਿਆ, ਉਹਨਾਂ ਨੇ ਪੰਜਾਬ ਸਮਾਲ ਸਕੇਲ ਇੰਡਸਟਰੀ ਦੀ ਆ ਜਿਹੜੀ ਸੜਕ ਬਣੀ ਤੁਸੀਂ ਦੇਖ ਰਹੇ ਹੋ, ਇਹਦੇ ਨਾਲ ਦੀ ਆਪਦੇ ਆਪ ਹੀ ਖਾਲਾ ਪੱਟ ਕੇ ਇਹਨੂੰ ਪਾਣੀ ਲਾਉਣ ਨੂੰ ਰਾਹ ਪੱਧਰਾ ਕਰ ਲਿਆ। ਔਰ ਇਹਨਾਂ ਨੇ ਪੰਜਾਬ ਸਮਾਲ ਸਕੇਲ ਇੰਡਸਟਰੀ ਨੇ ਡੀਸੀ ਨੂੰ, SHO ਨੂੰ ਪਰਚਾ ਦਰਜ ਕਰਨ ਲਈ ਕਿਹਾ ਹੋਇਆ ਕੁਝ ਲੋਕਾਂ ਖਿਲਾਫ। ਅੱਜ 1.5 ਮਹੀਨਾ ਹੋ ਗਿਆ, ਪਰਚਾ ਦਰਜ ਨਹੀਂ ਹੋ ਰਿਹਾ। ਔਰ ਇਸ ਤੋਂ ਬਿਨਾਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਆਪਾਂ ਪਿੱਛੇ ਕਰਦੇ ਆ ਰਹੇ ਸੀਗੇ ਵੀ ਕਿੱਦਾਂ ਪੈਸੇ ਕਿੱਥੇ ਗਏ, ਕਿੱਥੇ ਕਿਵੇਂ ਇਹਨਾਂ ਨੇ ਇਕੱਠੇ ਕਰੇ। ਜਦੋਂ ਉਹ 46,000 ਕਰੋੜ ਰੁਪਈਆ ਇਕੱਠਾ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਜਦੋਂ ਝੱਗਾ ਚੱਕਤਾ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਕੇਸ ਚੱਲ ਪਿਆ। 2 ਫਰਵਰੀ 2016 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਹੁਕਮ ਸੁਣਾਇਆ ਜਿਹਦੇ ਵਿੱਚ ਸਾਰੀਆਂ ਰਾਜ ਸਰਕਾਰਾਂ ਨੂੰ ਇਹ ਕਿਹਾ ਗਿਆ ਵੀ ਪਰਲ ਕੰਪਨੀ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਨੂੰ ਸੀਜ਼ ਕਰ ਲਓ, ਸੀਜ਼ ਕਰਕੇ ਇਹਨਾਂ ਦੀ ਰਾਖੀ ਕਰੋ, ਇਹਨਾਂ ਨੂੰ ਆਪਾਂ ਡਿਸਪੋਜ਼ ਆਫ ਕਰਨਾ। ਸੁਪਰੀਮ ਕੋਰਟ ਨੇ ਆਪਦੇ ਹੁਕਮਾਂ 'ਚ ਕਿਹਾ ਸੀ ਵੀ ਇਹਨਾਂ ਨੂੰ ਡਿਸਪੋਜ਼ ਆਫ ਕਰ ਦਿਓ, ਵੇਚ ਦਿਓ, ਵੇਚ ਕੇ ਆਪਾਂ ਇਨਵੈਸਟਰਾਂ ਦੇ ਪੈਸੇ ਲਾ ਦਈਏ। ਸੋ ਉਸ ਤੋਂ ਬਾਅਦ ਇਹ ਵਿਕਣ ਦਾ ਕੋਈ ਨਾਂ ਨਹੀਂ ਲਿਆ ਕਿਉਂਕਿ ਸਰਕਾਰ ਦੇ ਵਿਚਲੇ ਬੰਦੇ ਰਲੇ ਹੋਇਆ ਨਾਲ, ਸਾਰੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਇਹ ਭੂ ਮਾਫੀਆ ਕੰਮ ਕਰ ਰਿਹਾ ਵਾ। ਇਹ ਜ਼ਮੀਨਾਂ ਵਿਕ ਕੇ ਗਰੀਬਾਂ ਨੂੰ ਪੈਸੇ ਵਾਪਸ ਹੋਣੇ ਸੀ, ਉਲਟਾ ਕੀ ਹੋ ਰਿਹਾ, ਇਹ ਜ਼ਮੀਨਾਂ ਤੋਂ ਇਨਕਮ ਜਨਰੇਟ ਕਰਕੇ ਵੱਡੇ ਬੰਦੇ ਪੈਸੇ ਖਾ ਰਹੇ ਆ। ਜਿਹੜੇ ਆਮ ਨਿਵੇਸ਼ਕ ਨੇ ਉਹ ਆਤਮ ਹੱਤਿਆ ਲਈ ਮਜਬੂਰ ਹੋ ਰਹੇ ਆ, ਦਾਣੇ ਲਈ ਮੁਹਤਾਜ ਹੋ ਰਹੇ ਆ, ਉਹਨਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ, ਉਹਨਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ। ਪੰਜਾਬ ਦੇ ਵਿੱਚ 25 ਲੱਖ ਬੰਦਾ ਇਹੋ ਜਿਹਾ। ਮੰਗੜ ਸਾਹਿਬ, ਮੈਂ ਉਹੀ ਕੁਐਸਚਨ ਕਰਨਾ ਸੀਗਾ, ਕਿੰਨੇ ਪਰਿਵਾਰਾਂ ਨੇ ਇਸ ਕੰਪਨੀ ਦੇ ਵਿੱਚ ਆਪਣਾ ਪੈਸਾ ਨਿਵੇਸ਼ ਕੀਤਾ ਸੀਗਾ ਔਰ ਕਿੰਨੇ ਕਰੋੜਾਂ ਦੀ ਇਹ ਪ੍ਰਾਪਰਟੀ ਹੈਗੀ ਆ? ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਲੋਕਾਂ ਨੂੰ ਸਰਕਾਰਾਂ ਨੇ ਸੁਪਰੀਮ ਕੋਰਟ ਤੱਕ, ਹਾਈ ਕੋਰਟ ਤੱਕ, ਵੱਡੇ ਲੈਵਲਾਂ ਤੱਕ ਵੀ ਇਹ ਗੱਲਾਂ ਚਲੇ ਗਈਆਂ ਨੇ, ਕਿਤੇ ਨਾ ਕਿਤੇ ਪ੍ਰਾਪਰਟੀ ਐਕਵਾਇਰ ਕਰ ਲਓ, ਸੇਲ ਕਰਕੇ ਲੋਕਾਂ ਦਾ ਪੈਸਾ ਲਾਵਾਂਗੇ, ਫਿਰ ਮਸਲਾ ਸੋਲਡ ਆਊਟ ਕਿਉਂ ਨਹੀਂ ਹੋ ਰਿਹਾ ਸਰ? ਅਜੇ ਤੱਕ ਲੋਕਾਂ ਨੂੰ ਪੈਸਾ ਰਿਫੰਡ ਕਿਉਂ ਨਹੀਂ ਹੋਇਆ? ਦੇਖੋ ਜੀ, ਇਹਦੇ ਵਿੱਚ ਵੱਡੇ ਮਗਰਮੱਛ ਰਾਜਨੇਤਾ ਸ਼ਾਮਲ ਨੇ। ਇਹ ਤਾਂ ਨਹੀਂ ਵਿਕ ਰਹੀ ਪ੍ਰਾਪਰਟੀ ਕਿ ਪ੍ਰਾਪਰਟੀ ਹੈਗੀ ਆ ਪ੍ਰਾਈਮ। ਇਹ ਇੱਥੋਂ ਸ਼ੁਰੂ ਹੋ ਕੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਅਗਲੇ 5 ਪਿੰਡਾਂ ਤੱਕ ਫੈਲੀ ਹੋਈ ਪ੍ਰਾਪਰਟੀ ਹੈ। ਕਿੰਨੇ ਕਿਲੋਮੀਟਰ ਦਾ ਏਰੀਆ ਔਰ ਕਿੰਨੇ ਕਿੱਲਿਆਂ ਦੇ ਵਿੱਚ ਜ਼ਮੀਨ ਹੈ? ਇਹ ਇੱਥੋਂ ਤੁਸੀਂ ਜੇ 8 ਕਿਲੋਮੀਟਰ ਧਨਾਂਸੂ ਸਾਈਕਲ ਵੈਲੀ ਆ, ਉੱਥੋਂ ਜੇ ਲੈਫਟ ਟਰਨ ਕਰਕੇ ਖਾਸੀ ਵਾਲੇ ਰੋਡ ਨੂੰ ਮੁੜ ਜਾਓਗੇ ਤੇ ਇਹ ਉੱਥੇ ਤੱਕ ਫੈਲੀ ਹੋਈ ਜ਼ਮੀਨ ਆ। ਇਹ 5 ਪਿੰਡਾਂ 'ਚ ਫੈਲੀ ਹੋਈ ਜ਼ਮੀਨ ਆ ਸਾਰੀ। ਟੋਟਲ ਕਿੰਨਾ ਕਿੱਲਾ ਆਉਂਦਾ ਜੀ ਇਹ ਲਗਭਗ 700 ਏਕੜ ਦੇ ਲਗਭਗ ਜ਼ਮੀਨ ਆ ਇਹ। ਇਸ ਟਾਈਮ ਜੋ ਮੌਜੂਦਾ ਇਹਦੀ ਵੈਲਿਊ ਆ, ਜੋ ਮਾਰਕੀਟ ਰੇਟ ਆ, ਕਿੰਨਾ ਹੋਏਗਾ ਸਰ? ਦੇਖੋ ਜੀ, ਜੇ ਇਹ ਕਿਸੇ ਵੱਡੀ ਕੰਪਨੀ ਨੇ ਚੱਕਣੀ ਹੋਵੇ, ਜਿੱਦਾਂ ਤੁਸੀਂ ਦੇਖ ਰਹੇ ਹੋ ਇੱਧਰ ਆ ਜਿਹੜੇ ਸਫੈਦੇ ਖੜੇ ਆ, ਇਹਦੇ ਪਿਛਲੇ ਪਾਸੇ ਫੋਰਚੂਨ ਸਿਟੀ ਨਾਂ ਦੀ ਕਲੋਨੀ ਆ।
ਜੀ ਇੱਥੋਂ ਇਹ ਦਿਖਣਾ ਨਹੀਂਗਾ, ਦੂਰ ਆ। ਇੱਥੇ ਪਿਛਲੇ ਪਾਸੇ ਫੋਰਚੂਨ ਸਿਟੀ ਨਾਂ ਦੀ ਜਿਹੜੀ ਕਲੋਨੀ ਆ ਉੱਥੇ 18,000 ਰੁਪਏ ਗਜ ਦਾ ਰੇਟ ਆ ਜੀ, ਤਾਂ 9 ਕਰੋੜ ਦਾ ਕਿੱਲਾ ਹੋ ਗਿਆ, ਕੰਪਨੀ ਵੇਚ ਰਹੀ ਆ ਇਹ। ਜੇ ਕਿਸੇ DLF ਵਰਗੀ ਵੱਡੀ ਕੰਪਨੀ ਨੂੰ ਤੁਸੀਂ ਵੇਚਦੇ ਹੋ 700 ਕਿੱਲਾ, ਤਾਂ ਆਰਾਮ ਨਾਲ 14-1500 ਕਰੋੜ, 1600 ਕਰੋੜ, 1800 ਕਰੋੜ, 2000 ਕਰੋੜ ਤੱਕ ਪੈਸੇ ਭਰਨ ਨੂੰ ਤਿਆਰ ਨੇ। ਪਰ ਪੋਲੀਟੀਕਲ ਸਿਸਟਮ ਤੇ ਜਿਹੜੇ ਵਿੱਚ ਭ੍ਰਿਸ਼ਟ ਲੋਕ ਰਲੇ ਹੋਏ ਆ, ਉਹ ਇਹਨਾਂ ਨੂੰ ਇਹ ਜ਼ਮੀਨ ਨੂੰ ਕਲੈਕਟਰ ਰੇਟ ਤੇ ਵੇਚਣਾ ਚਾਹੁੰਦੇ ਆ, ਖਰੀਦਣੀ ਵੀ ਖੁਦ ਹੀ ਚਾਹੁੰਦੇ ਆ। ਇਹ ਜਿਹੜੇ ਕਬਜ਼ਾ ਕਰਕੇ ਬੈਠੇ ਆ, ਇਹ ਵੱਡੇ ਵੱਡੇ ਮਗਰਮੱਛ, ਇਹ ਚਾਹੁੰਦੇ ਆ ਕਿ ਇਹ ਓਪਨ ਮਾਰਕੀਟ 'ਚ ਜ਼ਮੀਨ ਵਿਕੇ ਨਾ। ਜੇ ਓਪਨ ਮਾਰਕੀਟ 'ਚ ਜ਼ਮੀਨ ਵਿਕਦੀ ਆ ਇਹ, ਤਾਂ ਲਗਭਗ ਆਲਮੋਸਟ 80% ਪੰਜਾਬ ਦੇ ਜਿਹੜੇ ਇਨਵੈਸਟਰ ਆ ਉਹਨਾਂ ਦਾ ਕਰਜ਼ਾ ਐਸੇ ਇੱਕ ਪ੍ਰਾਪਰਟੀ ਨਾਲ ਰਹਿ ਸਕਦਾ। ਤੁਸੀਂ ਇਹ ਕੁਐਸਚਨ ਕੀਤਾ ਸੀਗਾ ਕਿ ਗੱਲ ਜ਼ਮੀਨ ਦੱਬਣ ਦਾ ਜਾਂ ਇਹ ਨਹੀਂ ਹੈਗਾ, ਗੱਲ ਉਹੀ ਆ ਕਿ ਸਰਕਾਰੀ ਰੇਟ ਦੇ ਉੱਤੇ ਕਹਿੰਦੇ ਜਗ੍ਹਾ ਸੇਲ ਕਰ ਦਿਓ। ਜਿੱਦਾਂ ਤੁਸੀਂ ਕਹਿੰਦੇ ਜਿਹੜੇ ਭੂ ਮਾਫੀਆ ਨੇ ਕਬਜ਼ਾ ਕੀਤਾ ਹੋਇਆ ਵਾ, ਉਹ ਆਪ ਹੀ ਜਗ੍ਹਾ ਦੱਬਣ ਨੂੰ ਫਿਰਦੇ ਨੇ, ਤਾਂ ਕਿ ਲੋਕਾਂ ਨੂੰ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪ੍ਰੋਪਰ ਜੋ ਅੱਜ ਦਾ 2 ਕਰੋੜ ਜਾਂ 2.5 ਕਰੋੜ ਦੱਸ ਰਹੇ ਹੋ ਤੁਸੀਂ ਰੇਟ ਹੈਗਾ, ਲੋਕਾਂ ਨੂੰ ਦੱਸ ਰਹੇ ਹੋ। ਇਸ ਤੋਂ ਇਲਾਵਾ ਹੋਰ ਪ੍ਰਾਪਰਟੀਆਂ ਪਰਲ ਦੀਆਂ ਕਿੱਥੇ ਹੈਗੀਆਂ ਨੇ, ਤੁਹਾਡੀ ਨੌਲੇਜ 'ਚ ਉਹ ਮਸਲਾ ਹੈਗਾ ਜੀ ਪੂਰਾ? ਪਰਲ ਦੀਆਂ ਪ੍ਰਾਪਰਟੀਆਂ ਬਹੁਤ ਜਗ੍ਹਾ ਨੇ ਜੀ, ਸਾਰੀ ਇਹ ਲਿਸਟ ਕੰਪਿਊਟਰ ਆਨਲਾਈਨ ਪਈ ਆ। ਕੁਛ ਇਹਦੀਆਂ ਅਟੈਚ ਹੋ ਗਈਆਂ, ਜਿਹੜੀਆਂ ਮਤਲਬ ਕਮੇਟੀ ਬਣਾਈ ਸੀ ਲੋਡਾ ਕਮੇਟੀਆਂ, ਕੁਛ ਅਟੈਚ ਹੋਣੋਂ ਰਹਿੰਦੀਆਂ ਨੇ। ਤੋ ਇਹ ਇਸ ਤੋਂ ਬਿਨਾਂ ਵੀ ਲੁਧਿਆਣੇ ਦੇ ਵਿੱਚ ਵੀ ਬਹੁਤ ਪ੍ਰਾਪਰਟੀ ਆ। ਸੋ ਇਹ ਜੇ ਵੇਚ ਕੇ ਕਿਸੇ ਕੰਢੇ ਬੱਟੇ ਲੱਗਣ ਵਾਲੀ ਗੱਲ ਹੋਵੇ, ਫਿਰ ਤਾਂ ਸਾਰੇ ਨਿਵੇਸ਼ਕਾਂ ਦੇ ਪੈਸੇ ਮੁੜ ਸਕਦੇ ਆ। ਪਰ ਹੁਣ ਇੱਕ ਤਾਂ ਇਹਨਾਂ ਦੀ ਅੱਖ ਭੂ ਮਾਫੀਆ ਦੀ ਇਹ ਆ ਵੀ ਖਰੀਦੀ ਅਸੀਂ 20-15 ਲੱਖ ਨੂੰ ਕਿੱਲਾ। ਦੂਜਾ ਜਿਹੜਾ 50,000 ਰੁਪਏ ਠੇਕੇ ਦੇ ਹਿਸਾਬ ਨਾਲ ਇੱਥੋਂ ਸਾਲ ਦਾ 5-7 ਕਰੋੜ ਰੁਪਈਆ ਵਾ, ਉਹ ਵੀ ਉੱਪਰਲੇ ਬੰਦਿਆਂ ਦੀਆਂ ਜੇਬਾਂ 'ਚ ਜਾਂਦਾ ਜੀ। ਸਰ ਇਸ ਟਾਈਮ ਜਿਹੜਾ ਤੁਸੀਂ ਠੇਕੇ ਦੀ ਗੱਲ ਕਰ ਰਹੇ ਹੋ, ਪੈਸਾ ਕਿੰਨਾਂ ਨੂੰ ਜਾ ਰਿਹਾ ਔਰ ਕਿਹੜਾ ਬੰਦਾ ਇਹਨਾਂ ਦੀ ਖੇਤੀ ਕਰ ਰਿਹਾ, ਉਹ ਬੰਦਾ ਦੇ ਨਾਮ ਤੁਸੀਂ ਮਾੜਾ ਜਿਹਾ ਕੁਝ ਦੱਸੋ ਕੈਮਰੇ ਮੂਹਰੇ। ਇੱਥੇ ਰਾਮਗੜ੍ਹ ਦੇ ਵਿੱਚ ਸਤਿੰਦਰ ਸਿੰਘ ਨਾਂ ਦਾ ਬੰਦਾ ਵਾ, ਜਿਹੜਾ ਏਜੰਟ ਬਣਿਆ ਹੋਇਆ। ਉਹਨੂੰ 20-50,000 ਦਿੰਦੇ ਆ, ਜੋ ਵੀ ਦਿੰਦੇ ਆ, ਜਾਣੀ ਉਹ ਏਜੰਟੀ ਦੇ ਤੌਰ ਤੇ ਪਿੰਡ ਦੇ ਲੋਕਾਂ ਤੋਂ ਪੈਸੇ ਇਕੱਠੇ ਕਰਦਾ। ਹੁਣ ਜਦ ਇਹ ਮੁੱਦਾ ਥੋੜ੍ਹਾ ਜਿਹਾ ਭੜਕ ਗਿਆ, ਘਬਰਾ ਗਏ ਲੋਕ, ਹੁਣ ਉਹ ਕੱਲੇ ਬੰਦਿਆਂ ਨੂੰ ਇਹ ਜਾ ਕਹਿੰਦੇ ਆ ਜਿਹੜੇ ਕਿਸਾਨ ਨੇ ਵੀ ਤੁਸੀਂ ਹੁਣ ਬਿਆਨ ਇਹ ਦਿਓ ਕਿ ਅਸੀਂ ਤਾਂ ਉਦਾਂ ਹੀ ਖੇਤੀ ਕਰ ਰਹੇ ਹਾਂ। ਹਾਲਾਂਕਿ ਪੁਲਿਸ ਦੇ ਰਿਕਾਰਡ ਦੇ ਵਿੱਚ SIT ਜਿਹੜੀ ਬਣੀ ਹੋਈ ਆ, ਉਹਨੇ ਸਾਰੀ ਰਿਪੋਰਟ ਤਿਆਰ ਕਰ ਲਈ। ਹਰਦਿਆਲ ਸਿੰਘ ਮਾਨ ਦੇ ਅੰਦਰ SIT ਬਣੀ ਆ, ਜਿਹੜੀ ਫਿਰੋਜ਼ਪੁਰ ਰੇਂਜ ਦੇ DIG ਨੇ, ਉਹ ਸਾਰਾ ਇੱਥੋਂ ਸਰਵੇ ਕਰਕੇ ਲੈ ਗਏ ਆ, ਪਰ ਉਹ ਰਿਪੋਰਟਾਂ ਜਨਤਕ ਨਹੀਂ ਹੋ ਰਹੀਆਂ। ਸਰ ਕਿਤੇ ਨਾ ਕਿਤੇ ਸੁਣਨ ਦੇ ਵਿੱਚ ਇਹ ਵੀ ਗੱਲ ਆਈ, ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਆਮ ਆਦਮੀ ਪਾਰਟੀ ਵੱਲੋਂ, ਉਹ ਕਹਿ ਰਹੇ ਕਿ 3 ਕਿੱਲਿਆਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਕਲੋਨੀ ਵੀ ਕੱਟੀ ਗਈ ਹੈ ਜੀ। ਉਹ ਆ ਜਿਹੜਾ ਤੁਸੀਂ ਪਿੱਛੇ ਇੱਧਰ ਜੇ ਕੈਮਰਾ ਘੁਮਾਓਗੇ, ਆ ਜਿਹੜੀ ਬਿਲਡਿੰਗ ਦਿੰਦੀ ਆ, ਆਹ ਬਿਲਡਿੰਗ ਦੀ ਬੈਕ ਸਾਈਡ ਤੇ ਇੱਕ 3 ਕਿੱਲਿਆਂ ਦੇ ਵਿੱਚ ਕਲੋਨੀ ਕੱਟੀ ਗਈ ਆ। ਉਹ ਪਰਲ ਦਾ ਇੱਕ ਡਾਇਰੈਕਟਰ ਸੀਗਾ ਤਿਆਗਰਾਜਨ, ਤਿਆਗਰਾਜਨ ਨਾਂ ਦਾ ਬੰਦਾ ਡਾਇਰੈਕਟਰ ਸੀਗਾ। ਉਹ ਤਿਆਗਰਾਜਨ ਦੀ ਹੋ ਗਈ ਡੈਥ। ਉਹ ਪ੍ਰਾਪਰਟੀ ਤਿਆਗਰਾਜਨ ਦੇ ਨਾਂ ਚੜ੍ਹ ਖੜੀ ਰਹਿ ਗਈ, ਪਰਲ ਕੰਪਨੀ ਦੇ ਨਾਂ ਚੜ੍ਹੀ ਨਹੀਂ। ਜਦ ਤਿਆਗਰਾਜਨ ਦੀ ਡੈਥ ਹੋ ਗਈ ਤਾਂ ਇੱਥੋਂ ਜਿਹੜਾ ਭੂ ਮਾਫੀਆ ਵਾ, ਉਹਨੂੰ ਪਤਾ ਸੀਗਾ ਸਾਰਾ ਸਿਸਟਮ ਦਾ। ਉਹਨਾਂ ਨੇ ਇੱਕ ਜਾਲੀ ਤਿਆਗਰਾਜਨ ਖੜਾ ਕਰਕੇ ਸਾਹਨੇਵਾਲ ਤਹਿਸੀਲ ਦੇ ਵਿੱਚ ਇਹ ਜਿਹੜੀ ਪ੍ਰਾਪਰਟੀ ਆ 3 ਕਿੱਲੇ, ਇਹਨੂੰ ਕਲੋਨੀ ਦੇ ਰੂਪ ਵਿੱਚ ਵੇਚਤਾ। ਉਹਦੇ ਵਿੱਚ ਹੁਣ 100-100 150-150 ਗਜ ਦਾ ਪਲਾਟ ਲੋਕਾਂ ਨੇ ਪੈਸੇ ਦੇ ਕੇ ਲੈ ਲਿਆ। ਉਹ ਕੱਲ੍ਹ ਨੂੰ ਜੇ ਉੱਥੇ ਕੇਸ ਹੁੰਦਾ ਵਾ, ਉਹ ਸਾਰੀ ਕਲੋਨੀ ਇਲੀਗਲ ਕਲੋਨੀ ਆ। ਅਰੇ ਇਹਦੀ ਜਾਂਚ ਦਾ ਵਿਸ਼ਾ ਵਾ ਇਹ ਜਾਂਚ ਦਾ ਵਿਸ਼ਾ ਕੌਣ ਸ਼ਾਮਲ ਨੇ ਇਹਦੇ ਵਿੱਚ, ਕਿਉਂਕਿ ਜਦੋਂ ਸਾਰਿਆਂ ਨੂੰ ਪਤਾ ਕਿ ਇਹ ਫਰਦਾਂ ਤੇ ਲਿਖ ਕੇ ਆ ਰਿਹਾ ਵਾ ਕਿ ਇਹ ਪ੍ਰਾਪਰਟੀ ਜਿਹੜੀ ਆ ਇਹ ਪਰਲ ਨਾਲ ਸੰਬੰਧਿਤ ਆ, ਇਹਦੀਆਂ ਰਜਿਸਟਰੀਆਂ ਨਾ ਕੀਤੀਆਂ ਜਾਣ, ਉਹਦੇ ਬਾਵਜੂਦ ਵੀ ਇਹ ਬਹੁਤ ਵੱਡੇ ਲੈਵਲ ਦੀ ਘਪਲੇਬਾਜ਼ੀ ਹੈ। 420 ਕਹਿ ਰਹੇ ਹੋ ਸਿੱਧਮ ਸਿੱਧੀ, ਤੁਸੀਂ ਜਿਹੜੇ ਬੰਦੇ ਦਾ ਨਾਮ ਲੈ ਰਹੇ ਹੋ ਵੀ ਉਹਦੀ ਡੈਥ ਹੋ ਚੁੱਕੀ ਆ, ਜਾਲੀ ਬੰਦਾ ਖੜਾ ਕਰ ਲਿਆ, ਕਿ ਗੱਲ ਇਨਵੈਸਟੀਗੇਸ਼ਨ ਜਾਂ ਕੋਈ ਵੈਰੀਫਾਈ ਨਹੀਂ ਕੀਤਾ ਗਿਆ ਉਹਦੇ ਬਾਰੇ? ਵੈਰੀਫਾਈ ਇੱਥੇ ਕਿਹਨੇ ਕਰਨਾ ਜੀ? ਇੱਥੇ ਜੰਗਲ ਰਾਜ ਵਾਲਾ ਕੰਮ ਆ, ਕੋਈ ਨਹੀਂ ਵੈਰੀਫਾਈ ਕਰਦਾ। ਸਾਰੇ ਆਪਦੇ ਪੈਸੇ ਖਾਈ ਜਾਂਦੇ ਆ ਰਲ ਮਿਲ ਕੇ। ਵੱਡੇ ਮਗਰਮੱਛ ਨੇ, ਇਹਨਾਂ ਨੂੰ ਨਾ ਕੋਈ ਹੱਥ ਪਾਉਂਦਾ, ਨਾ ਇਹਨਾਂ ਦਾ ਕੁਝ ਵਿਗਾੜਦਾ। ਆਮ ਜਿਹੜੀ ਪੰਜਾਬ ਦੀ ਜਨਤਾ, ਉਹ ਤਰਾ ਕਰ ਵਿੱਚ ਧੱਕੇ ਖਾਂਦੀ ਲੋਕ ਤੁਰੇ ਫਿਰਦੇ ਆ। ਇੱਥੇ ਬਹੁਤ ਮੁਸ਼ਕਲ ਆ, ਜਿੰਨਾ ਚਿਰ ਜਿਹੜਾ ਚੌਥਾ ਥੰਮ ਆ, ਪਿੱਲਰ ਆ ਜਿਹੜਾ, ਇਹ ਮੀਡੀਆ ਨੇ ਬੜਾ ਵਧੀਆ ਸਹਿਯੋਗ ਕੀਤਾ। ਇਹ ਜਿੰਨਾ ਚਿਰ ਮੂਹਰੇ ਨਹੀਂ ਆਉਂਦਾ, ਕਿਉਂਕਿ ਗਰੀਬ ਲੋਕ ਨੇ ਜੀ, ਉਹਨਾਂ ਨੂੰ ਤੁਸੀਂ ਇਹ ਦੇਖੋ 2008-9 ਦੇ ਪੈਸੇ ਨੇ, ਅੱਜ 12 ਸਾਲ ਹੋ ਗਏ। ਬਹੁਤ ਪੋਲੀਟੀਕਲ ਪਾਰਟੀਆਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਦਾ, ਮੈਂ ਕੁਝ ਬੰਦਿਆਂ ਦੇ ਤੁਹਾਨੂੰ ਬਾਅਦ ਦੇ ਆਫ ਰਿਕਾਰਡ ਵੀ ਦੱਸ ਦੂੰ, ਉਹ ਇਹ ਇਨਵੈਸਟਰਾਂ ਨੂੰ ਯੂਜ਼ ਕਰਦੇ ਆ। ਪਿਛਲੇ 10 ਸਾਲਾਂ ਤੋਂ ਇਨਵੈਸਟਰਾਂ ਨੂੰ ਯੂਜ਼ ਕਰਦੇ ਆ ਵੀ ਸਾਡੇ ਨਾਲ ਰੈਲੀਆਂ ਤੇ ਚੱਲੋ, ਤੁਹਾਡੇ ਪੈਸੇ ਦਵਾਵਾਂਗੇ, ਇੱਥੇ ਇਕੱਠ ਤੇ ਚੱਲੋ, ਤੁਹਾਡੇ ਪੈਸੇ ਦਵਾਵਾਂਗੇ। ਉਹ ਵਿਚਾਰੇ ਜਿਹੜੇ ਵੋਟ ਬੈਂਕ ਇਕੱਠਾ ਕਰਦੇ ਆ, ਆਪਣਾ ਵੋਟ ਬੈਂਕ ਇਕੱਠਾ ਕਰਦੇ ਆ। ਹੁਣ ਵੀ ਰਾਜਨੀਤੀ ਦੀ ਗੇਮ ਖੇਡਦੇ ਆ ਵੀ ਅਸੀਂ ਮੁੱਦਾ ਭੜਕਾਈਏ, ਵੋਟਾਂ ਬਾਟਾਂ ਵੀ ਲੈ ਲਈਏ, ਸਾਰਾ ਕੁਝ ਕਰ ਲਈਏ। ਇਹੋ ਜਿਹਾ ਬਹੁਤ ਕੁਝ ਚੱਲਦਾ। ਪਰ ਗੱਲ ਇਹ ਆ ਕਿ ਸਰਕਾਰ ਨੂੰ ਚਾਹੀਦਾ ਤਾਂ ਨਾ, ਇਹ ਤਾਂ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ, ਨਵਜੋਤ ਸਿੰਘ ਸਿੱਧੂ, ਅਸੀਂ ਖੁਦ ਕਾਂਗਰਸ ਪਾਰਟੀ ਦੇ ਇੱਕ ਨੁਮਾਇੰਦੇ। ਸਿੱਧੂ ਸਾਹਿਬ ਪੰਜਾਬ ਦੇ ਪ੍ਰਧਾਨ ਲੱਗੇ ਨੇ, CM ਸਾਹਿਬ ਨੇ, ਤੁਸੀਂ ਆਪ ਕਾਂਗਰਸ ਪਾਰਟੀ ਨਾਲ ਬਿਲੋਂਗ ਕਰ ਰਹੇ ਹੋ, ਤੁਸੀਂ ਆਪਣੀ ਪਾਰਟੀ ਦੇ ਜਿਹੜੇ ਇਹੋ ਜਿਹੇ ਕਈ ਵਰਕਰ ਨੇ ਜਾਂ ਜਿਹੜੇ ਭ੍ਰਿਸ਼ਟ ਲੋਕ ਨੇ ਆ, ਉਹਨਾਂ ਦੇ ਅੱਗੇ ਮੁੱਦਾ ਚੱਕ ਰਹੇ ਹੋ, CM ਸਾਹਿਬ ਦੇ ਜਾਂ ਕੈਪਟਨ ਸਾਹਿਬ ਦੇ ਧਿਆਨ ਦੇ ਸਿੱਧੂ ਸਾਹਿਬ ਦੇ ਧਿਆਨ ਦੇ ਮੈਟਰ ਲਿਆਂਦਾ, ਉਹਨਾਂ ਨਾਲ ਕੋਈ ਮੀਟਿੰਗ ਵਗੈਰਾ ਕਰਨ ਜਾ ਰਹੇ ਹੋ? ਸਾਡੀ ਆਉਣ ਵਾਲੇ ਮੈਨੂੰ ਲੱਗਦਾ 10 ਕੁ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋਊਗੀ ਤੇ ਪ੍ਰਧਾਨ ਸਾਹਿਬ ਨਾਲ ਵੀ ਮੀਟਿੰਗ ਹੋਊਗੀ। ਗੱਲ ਇਹ ਆ ਕਿ ਮੁੱਖ ਮੰਤਰੀ ਵੀ ਬੜੇ ਸੁਹਿਰਦ ਨੇ, ਪਰ ਗੱਲ ਪਤਾ ਕੀ ਆ ਜੀ, ਜਿਹੜੀ ਅਫਸਰਸ਼ਾਹੀ ਆ ਜਾਂ ਜਿਹੜੇ ਭ੍ਰਿਸ਼ਟ ਨੇਤਾ ਨੇ, ਇਹ ਮੁੱਖ ਮੰਤਰੀ ਸਾਹਿਬ ਤੱਕ ਗੱਲ ਨਹੀਂ ਨਾ ਪਹੁੰਚਣ ਦਿੰਦੇ।
ਜਦੋਂ ਮੁੱਖ ਮੰਤਰੀ ਦੇ ਨੋਟਿਸ 'ਚ ਸਾਰੀ ਗੱਲ ਆਊਗੀ, ਸਿੱਧੂ ਸਾਹਿਬ ਦੇ ਨੋਟਿਸ 'ਚ ਸਾਰੀ ਗੱਲ ਆਊਗੀ, ਡੀਜੀਪੀ ਸਾਹਿਬ ਦੇ ਨੋਟਿਸ 'ਚ ਸਾਰੀ ਗੱਲ ਆਊਗੀ, ਤਾਂ ਸਾਨੂੰ ਪੂਰਾ ਯਕੀਨ ਆ ਕਿ ਇਹਦੇ ਤੇ ਕਾਰਵਾਈ ਤੁਰੰਤ ਹੋਊਗੀ। ਔਰ ਪਹਿਲਾਂ ਇਹ ਮੁੱਦਾ ਦੱਬਿਆ ਹੀ ਰਿਹਾ ਵਾ। ਇਸੇ ਕਰਕੇ ਤੁਸੀਂ ਉਹਨਾਂ ਨੂੰ ਪਰਸਨਲੀ ਮਿਲਣ ਜਾ ਰਹੇ ਹੋ? ਹਾਂਜੀ ਬਿਲਕੁਲ, ਅਸੀਂ ਪਰਸਨਲੀ ਸਾਰੇ ਇਨਵੈਸਟਰਾਂ ਦੇ ਨਾਲ, ਜਿਹੜੇ ਉਹਨਾਂ ਦੀ ਕਮੇਟੀ ਬਣਾਈ ਹੋਈ ਹੈ, ਦਿੱਲੀ ਦੇ ਵਿੱਚ ਵੀ ਬੰਦੇ ਨੇ, ਪੰਜਾਬ ਦੇ ਵਿੱਚ ਵੀ ਕਾਫੀ ਬੰਦੇ ਆ, ਉਹ ਸਾਰਿਆਂ ਦੀ ਇੱਕ ਮੀਟਿੰਗ ਦਾ ਅਰੇਂਜ ਕਰਨ ਲੱਗੇ ਆ, ਤਾਂ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਸੱਚਾਈ ਦੱਸ ਸਕੀਏ। ਸੱਚਾਈ ਦਾ ਜਦ ਪਤਾ ਲੱਗੇਗਾ, ਕੋਈ ਵੀ ਰਾਜ ਦਾ ਮੁਖੀ ਆ ਉਹਨੂੰ ਜਨਤਾ ਦਾ ਫਿਕਰ ਹੁੰਦਾ ਵਾ, ਪਰ ਜਿੰਨਾ ਚਿਰ ਸੱਚਾਈ ਨਹੀਂ ਮੁੱਖ ਮੰਤਰੀ ਸਾਹਿਬ ਕੋਲ ਜਾਂਦੀ ਤਾਂ ਉਹ ਕੋਈ ਕਾਰਵਾਈ ਨਹੀਂ ਕਰ ਸਕਦਾ। ਮਾਨ ਸਾਹਿਬ, ਜਿਹੜੇ ਪਰਿਵਾਰਾਂ ਨੇ ਪੈਸਾ ਇਨਵੈਸਟ ਕੀਤਾ ਸੀਗਾ, ਸੁਣਨ ਦੇ ਵਿੱਚ ਵੀ ਗਈਆਂ ਵਿੱਚੋਂ ਕਈ ਪਰਿਵਾਰ ਬਹੁਤ ਗਰੀਬ ਸੀਗੇ, ਬਹੁਤ ਲੋੜਵੰਦ ਸੀਗੇ, ਜਿਵੇਂ ਕਹਿੰਦੇ ਆ ਹੈਂਡ ਟੂ ਮਾਊਥ ਜਿਹਨੂੰ ਆਪਾਂ ਕਹਿੰਦੇ ਆ, ਡੇਲੀ ਕਮਾਂਡ ਖਾਣ ਵਾਲੇ ਸੀਗੇ, ਫਿਊਚਰ ਦੀ ਪਲੈਨਿੰਗ ਕੀਤੀ ਸੀਗੀ। ਉਹਨਾਂ ਚੋਂ ਕਈ ਜੀਆਂ ਦੀ ਪਰਿਵਾਰਾਂ ਦੇ ਜਿਹਨਾਂ ਨੇ ਘਰ ਚਲੇ ਸੀ, ਉਹਨਾਂ ਦੀ ਮੌਤ ਵੀ ਹੋ ਗਈ ਹੈ ਆ। ਤੁਹਾਡੇ ਨਾਲ ਉਹ ਪਰਿਵਾਰ ਮਿਲੇ ਨੇ, ਰਾਬਤਾ ਕਾਇਮ ਕੀਤਾ ਆ, ਤੁਹਾਨੂੰ ਕਿੱਦਾਂ ਗੁਹਾਰ ਲਗਾਈ ਉਹਨਾਂ ਨੇ ਪਰਿਵਾਰ? ਬਿਲਕੁਲ ਜੀ, ਕਈ ਇਦਾਂ ਦੇ ਪਰਿਵਾਰ ਆ ਜਿਨ੍ਹਾਂ ਦੇ, ਇੱਕ ਜਿੱਦਾਂ ਇੱਥੇ ਸਾਡੇ ਨੇੜੇ ਹੀ ਬਿਲਗਾ ਪਿੰਡ ਆ, ਬਿਲਗੇ ਪਿੰਡ ਦੇ ਵਿੱਚ ਵੀ ਇੱਕ ਨੌਜਵਾਨ ਨੇ ਸੁਸਾਈਡ ਕਰ ਲਿਆ ਸੀ ਪਿਛਲੇ ਹਫਤੇ, ਪਿਛਲੇ ਸਾਲ ਸੁਸਾਈਡ ਕਰ ਲਿਆ ਸੀਗਾ। ਸੋ ਇਸ ਤੋਂ ਬਿਨਾਂ ਵੀ 2-3 ਕੇਸ ਹੋਰ ਵੀ ਨੇ ਜਿੱਥੇ ਜਾਨ ਗਈ ਆ ਲੋਕਾਂ ਦੀ, ਪਰ ਉਹ ਮੁੱਦਾ ਮੀਡੀਆ 'ਚ ਨਹੀਂ ਉੱਠਿਆ। ਇਸ ਤੋਂ ਬਿਨਾਂ ਵੀ ਇਹ 25 ਲੱਖ ਜਿਹੜੇ ਲੋਕ ਨੇ ਜੀ, ਇਹ ਸਾਰੇ ਹੀ ਲੋਅਰ ਮਿਡਲ ਕਲਾਸ ਦੇ ਲੋਕ ਆ। ਇਹਦੇ ਵਿੱਚ ਕੋਈ ਰਈਸ ਜਾਂ ਪੈਸੇ ਵਾਲੇ ਲੋਕ ਨਹੀਂ ਸੀਗੇ। ਇਹ ਵਿਚਾਰੇ ਉਹ ਲੋਕ ਸੀ ਜਿਨ੍ਹਾਂ ਨੂੰ ਆਸ ਸੀਗੀ ਕਿ ਇੱਕ ਧੀ ਦਾ ਵਿਆਹ ਲਈ ਪੈਸੇ ਇਕੱਠੇ ਕਰ ਲਈਏ, ਪੁੱਤ ਦੇ ਬਾਹਰ ਜਾਣ ਲਈ ਪੈਸੇ ਇਕੱਠੇ ਕਰ ਲਈਏ। ਸੋ ਉਹ ਨਿਵੇਸ਼ਕਾਂ ਦਾ ਤਾਂ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਆ ਜੀ। ਮਗਰ ਸਾਹਿਬ, ਤੁਸੀਂ ਮੁੱਦਾ ਚੱਕਿਆ, ਤੁਹਾਨੂੰ ਲੱਗਦਾ ਨਹੀਂ ਹੈ ਤੁਸੀਂ ਆਪਣੀ ਸਰਕਾਰ ਦੇ ਅੰਗੇਜ ਪ੍ਰਚਾਰ ਕਰ ਰਹੇ ਹੋ? ਕਿਤੇ ਨਾ ਕਿਤੇ ਤੁਹਾਨੂੰ ਤੁਹਾਡੀ ਸਰਕਾਰ ਵੱਲੋਂ ਜਾਂ ਮੰਤਰੀਆਂ ਸੰਤਰੀਆਂ ਵੱਲੋਂ ਕਿਹਾ ਗਿਆ ਹੋਵੇ ਵੀ ਤੁਸੀਂ ਆਪਣੀ ਸਰਕਾਰ ਦੇ ਅੰਗੇਜ 'ਚ ਮੁੱਦਾ ਚੱਕ ਰਹੇ ਹੋ? ਤੁਹਾਨੂੰ ਕਦੇ ਥ੍ਰੈਟ ਵਗੈਰਾ ਮਿਲੇ ਹੋਣ, ਜਾਂ ਤੁਹਾਨੂੰ ਕਦੇ ਕਿਸੇ ਵੀ ਤਰ੍ਹਾਂ ਦੀ ਕੋਈ ਧਮਕੀ ਮਿਲੀ ਹੋਵੇ ਵੀ ਇਸ ਮੁੱਦੇ ਨੂੰ ਦਬਾ ਦਿੱਤਾ ਜਾਵੇ, ਤੁਸੀਂ ਇਹ ਕੇਸ ਨਾ ਰੀਓਪਨ ਕਰੋ? ਧਮਕੀਆਂ ਤਾਂ ਮਿਲਦੀਆਂ ਰਹਿੰਦੀਆਂ ਨੇ ਜੀ। ਮੇਰੇ ਤੇ ਇੱਕ ਪਰਚਾ ਵੀ ਦਰਜ ਕਰਨ ਲੱਗੇ ਸੀਗੇ, ਕੋਈ ਨਜਾਇਜ਼ ਜਿਹਾ, 1-2 ਵਾਰ ਹੋਰ ਕਿਸੇ ਪੁੱਠੇ ਸਿੱਧੇ ਕੰਮਾਂ 'ਚ ਫਸਾਉਣ ਲੱਗੇ ਸੀ, ਪਰ ਆਪਾਂ ਭਾਗ ਸਾਹਿਬ ਆ, ਨਾ ਆਪਣਾ ਕੋਈ 2 ਨੰਬਰ ਦਾ ਧੰਦਾ, ਨਾ ਆਪਾਂ ਕਦੇ ਕੋਈ ਗਲਤ ਕੰਮ ਕਰਿਆ ਵਾ, ਇਸ ਲਈ ਆਪਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਨਾ ਆਪਾਂ ਕਿਸੇ ਤੋਂ ਡਰਦੇ ਹਾਂ। ਆਪਾਂ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਲਈ ਜਿੰਨਾ ਚਿਰ ਇਹ ਮਸਲਾ ਸੋਲਵ ਨਹੀਂ ਹੋ ਜਾਂਦਾ, ਉਹਨਾਂ ਚਿਰ ਅਸੀਂ ਹੱਕ ਤੇ ਸੱਚ ਦੀ ਆਵਾਜ਼ ਤੇ ਪਹਿਰਾ ਦਿੰਦੇ ਰਹੇ ਹਾਂ, ਪਹਿਰਾ ਦਿੰਦੇ ਰਹਾਂਗੇ। ਮਗਰ ਸਾਹਿਬ, ਜਿਹੜੇ ਬੰਦਿਆਂ ਦੀ ਗੱਲ ਕਰ ਰਹੇ ਹੋ, ਨਿਵੇਸ਼ਕਾਂ ਦੀ ਗੱਲ ਕਰ ਰਹੇ ਹੋ, ਤੁਹਾਡੇ ਪਿੰਡ 'ਚ ਵੀ ਘਰ ਹੋਣਗੇ ਜੀ ਆ, ਤੁਸੀਂ ਉਹਨਾਂ ਨਾਲ ਮਿਲਾ ਸਕਦੇ ਹੋ, ਸਾਡੀ ਗੱਲਬਾਤ ਕਰਾ ਸਕਦੇ ਹੋ ਬੰਦਿਆਂ ਨਾਲ? ਬਿਲਕੁਲ ਜੀ ਬਿਲਕੁਲ, ਪਿੰਡ ਦੇ ਵਿੱਚ ਬਹੁਤ ਨੇ, ਘੱਟੋ ਘੱਟ 25 ਪਰਿਵਾਰ ਹੋਣੇ ਆ ਜਿਨ੍ਹਾਂ ਨਾਲ ਤੁਸੀਂ ਜਾ ਕੇ ਮਿਲ ਸਕਦੇ ਹੋ, ਔਰ ਉਹਨਾਂ ਦੀ ਮੁਲਾਕਾਤ ਕਰਕੇ ਤੁਸੀਂ ਉਹਨਾਂ ਦੇ ਵਿਊ ਲੈ ਸਕਦੇ ਹੋ। ਉਹ ਤੁਹਾਨੂੰ ਆਪਦੀ ਹੱਡ ਬੀਤੀ ਰੋ ਸੁਣਾਉਣਗੇ ਜੀ। ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਲੋਕਾਂ ਦਾ ਰੰਜ ਰਹਿੰਦਾ, ਜਦੋਂ ਵੋਟਾਂ ਆਉਂਦੀਆਂ ਮੁੱਦੇ ਚੱਕ ਲਿੱਤੇ ਜਾਂਦੇ ਆ, ਲੋਕਾਂ ਨੂੰ ਭਰਮਾਇਆ ਜਾਂਦਾ, ਆਪਣਾ ਵੋਟ ਬੈਂਕ ਇਕੱਠਾ ਕੀਤਾ ਜਾਂਦਾ ਵਾ, ਨਿਆਂ ਇਨਸਾਫ ਨਹੀਂ ਮਿਲਿਆ ਹੈਗਾ। ਤੁਹਾਨੂੰ ਲੱਗ ਰਿਹਾ ਤੁਹਾਡੀ ਇਸ ਮੈਟਰ ਚੱਕਣ ਦੇ ਨਾਲ, ਮੀਡੀਆ 'ਚ ਗੱਲ ਆਉਣ ਦੇ ਨਾਲ ਲੋਕਾਂ ਨੂੰ ਇਨਸਾਫ ਮਿਲ ਸਕਦਾ, ਲੋਕਾਂ ਨੂੰ ਕੋਈ ਆਸ ਵੱਝੀ ਹੈ? ਦੇਖੋ ਜੀ, ਇਨਸਾਫ ਤਾਂ ਮਿਲਣਾ ਚਾਹੀਦਾ ਵਾ। ਲੋਕਤੰਤਰ ਦਾ ਮਤਲਬ ਹੀ ਇਹੀ ਆ ਵੀ ਲੋਕਾਂ ਦਾ ਤੰਤਰ। ਜਿੱਦਾਂ ਹੁਣ ਸਿੱਧੂ ਸਾਹਿਬ ਤੋਂ ਬਹੁਤ ਆਸ ਜਾਗੀ ਆ ਲੋਕਾਂ ਨੂੰ, ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟਾਂ ਨੇ, ਉਹਨਾਂ ਦੇ ਕੰਮ ਕਰਨ ਦਾ ਤਰੀਕਾ ਵਾ। ਇਹ ਮਾਫੀਆ ਰਾਜ ਹੁਣ ਜ਼ਿਆਦਾ ਦਿਨ ਮੈਨੂੰ ਲੱਗਦਾ ਨਹੀਂ ਜਿਉਂਦਾ ਰਹਿ ਪਾਊਗਾ। ਜਦ ਸਿੱਧੂ ਸਾਹਿਬ ਨੇ ਇਹਨਾਂ ਦੀ ਸੰਘੀ ਨੱਪਣੀ ਆ ਸਾਰੇ ਮਾਫੀਆ ਦੀ, ਰਲ ਕੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ, ਮੈਨੂੰ ਲੱਗਦਾ ਵੀ ਇਹ ਬਹੁਤ ਛੇਤੀ ਜਿਹੜੇ ਕਲਪਰੇਟ ਨੇ, ਕ੍ਰਿਮੀਨਲ ਨੇ, ਇਸ ਇਲਾਕਿਆਂ ਦੇ ਪਿੱਛੇ ਹੋਣਗੇ ਤੇ ਆਮ ਬੰਦੇ ਨੂੰ ਇਨਸਾਫ ਮਿਲੂਗਾ। ਇਹਦੇ ਨਾਲ ਇੱਕ ਸੇਧ ਮਿਲੂ। ਇਹ ਮੁੱਦਾ ਹੱਲ ਹੋਣ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਆਊ ਕਿ ਆਮ ਲੋਕਾਂ ਦੀ ਵੀ ਸੁਣਵਾਈ ਹੋ ਰਹੀ ਆ, ਜਿਹੜਾ ਕਿ ਹੁਣ ਤੱਕ ਨਹੀਂ ਜਾ ਰਿਹਾ ਸੀ। ਮਾਨ ਸਾਹਿਬ, ਰੂਲਿੰਗ ਪਾਰਟੀ ਕਾਂਗਰਸ ਪਾਰਟੀ ਤੁਹਾਡੀ ਆ, ਸਿਆਸੀ ਓਪੋਜੀਸ਼ਨ ਪਾਰਟੀਆਂ ਨੇ ਵੀ ਇਹ ਮੁੱਦਾ ਚੱਕ ਲਿਆ ਵਾ। ਤੁਹਾਨੂੰ ਕਿਸ ਤਰ੍ਹਾਂ ਸੋਚ ਰਹੇ ਹੋ ਵੀ ਉਹ ਮੁੱਦਾ ਚੱਕਿਆ ਤਾਂ ਸਹੀ ਚੱਕਿਆ ਵਾ, ਤਾਂ ਉਹ ਲੋਕਾਂ ਨੂੰ ਇਨਸਾਫ ਦਿਵਾਉਣਗੇ? ਕਿਤੇ ਨਾ ਕਿਤੇ ਇਹ ਨਹੀਂ ਹੈਗਾ ਪੋਲੀਟੀਕਲ ਸਟੰਟ ਹੋਵੇ, ਉਹ ਰੂਲਿੰਗ ਪਾਰਟੀ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਜਾਵੇ, ਆਪਣੀ ਸਿਆਸੀ ਰੋਟੀਆਂ ਸਿੱਕੀਆਂ ਜਾਣ? ਦੇਖੋ ਜੀ, ਜਿਹੜੇ ਜੈਨੂਇਨ ਮੁੱਦੇ ਆ, ਉਹ ਮੁੱਦੇ ਨੂੰ ਕੋਈ ਵੀ ਆਪਣੇ ਧਿਆਨ 'ਚ ਲਿਆਉਂਦਾ ਵਾ ਸਰਕਾਰ ਦੇ, ਜੈਨੂਇਨ ਮੁੱਦਿਆਂ 'ਤੇ ਤਾਂ ਕਾਰਵਾਈ ਹੋਣੀ ਹੀ ਚਾਹੀਦੀ ਆ। ਜੈਨੂਇਨ ਮੁੱਦੇ ਚੱਕਣੇ ਵੀ ਚਾਹੀਦੇ ਨੇ। ਜਿਹੜੇ ਆਪਾਂ ਗਲਤ ਮੁੱਦੇ ਕਈ ਪਾਰਟੀਆਂ ਚੱਕ ਲੈਂਦੀਆਂ ਨੇ, ਬੇਤੁਕੇ ਢੰਗ ਨਾਲ ਕਈ ਮੁੱਦੇ ਚੱਕ ਕੇ, ਜਾਂ ਰਾਜਨੀਤੀ ਕਰਨ ਨੂੰ ਜਿਹੜੇ ਮੁੱਦੇ ਚੱਕਦੀਆਂ ਨੇ, ਉਹ ਪਾਰਟੀਆਂ ਨੂੰ ਬਿਲਕੁਲ ਇਹ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ। ਗਰੀਬ ਤੇ ਆਮ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਹਰੇਕ ਪਾਰਟੀ ਨੂੰ। ਜਿੰਨਾ ਚਿਰ ਤੁਸੀਂ ਪੰਜਾਬ ਦੇ ਵਿੱਚ ਗਰੀਬ ਤੇ ਆਮ ਲੋਕਾਂ ਦੀ ਜੇ ਗੱਲ ਕਰਨੀ ਸ਼ੁਰੂ ਕਰੋਗੇ, ਤਾਂ ਹੀ ਆਪਣੇ ਇਸ ਰੰਗਲੇ ਪੰਜਾਬ ਨੂੰ ਦੁਬਾਰਾ ਆਪਾਂ ਰੰਗਲਾ ਦੇਖ ਸਕਦੇ ਹਾਂ ਜੀ। ਮਾਨ ਸਾਹਿਬ, ਇੱਕ ਲਾਸਟ ਕੁਐਸਚਨ ਕਰਨਾ ਚਾਹੁੰਦੇ ਹਾਂ, ਤੁਹਾਡੇ ਦਿਲ ਦੇ ਵਿੱਚ ਇਹੋ ਜਿਹੀ ਕਿਹੜੀ ਗੱਲ ਆਈ ਆ, ਤੁਸੀਂ ਗਰੀਬ ਲੋਕਾਂ ਦੀ ਬਾਹ ਫੜਨ ਬਾਰੇ ਸੋਚਿਆ, ਮੁੱਦਾ ਚੱਕਣ ਬਾਰੇ ਸੋਚਿਆ ਵਾ? ਤੁਹਾਡੇ ਦਿਲ ਦੇ ਵਿੱਚ ਤੁਹਾਨੂੰ ਕੀ ਲੱਗਿਆ ਵਾ ਲੋਕਾਂ ਨਾਲ ਧੱਕਾ ਹੋਇਆ ਵਾ? ਕਿਸ ਚੀਜ਼ ਤੋਂ ਕਿ ਤੁਸੀਂ ਇਹ ਮੈਟਰ ਚੱਕਿਆ ਵਾ? ਦੇਖੋ ਜੀ, ਇਹਦੀਆਂ ਬਹੁਤ ਪੁਰਾਣੀਆਂ ਮੈਂ 1-2 ਵੀਡੀਓ ਦੇਖੀਆਂ ਸੀਗੀਆਂ, ਜਿਹਦੇ ਵਿੱਚ ਪਰਲ ਦੇ ਜਿਹੜੇ ਨਿਵੇਸ਼ਕ ਆ, ਉਹ ਵਿਚਾਰੇ ਦਰ ਦੀਆਂ ਠੋਕਰਾਂ ਖਾ ਕੇ YouTube ਤੇ ਸਾਰਾ ਕੁਝ ਪਿਆ ਵਾ ਜੀ। ਉਹਦੇ ਵਿੱਚ ਫਿਰ ਸਾਨੂੰ ਜਦੋਂ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਵੀ ਬਹੁਤ ਪਰਿਵਾਰ ਨੇ ਇਦਾਂ ਦੇ, ਤਾਂ ਅਸੀਂ ਇਹ ਉਦੋਂ ਫਿਰ ਮੁੱਦਾ ਸਾਨੂੰ ਲੱਗਿਆ ਕਿ ਇਹ ਯਾਰ ਆਮ ਲੋਕਾਂ ਦਾ ਮੁੱਦਾ ਵਾ, ਇਹਦੇ ਵਿੱਚ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਆ। ਉਹ ਲੋਕਾਂ ਦੇ ਨਾ ਕੋਈ ਪੋਲੀਟੀਕਲ ਸੈੱਲ ਨੇ, ਨਾ ਉਹ ਕਿਸੇ ਦਫ਼ਤਰ 'ਚ ਜਾ ਸਕਦੇ ਨੇ, ਉਹ ਦਿਹਾੜੀ ਕਰਨ ਵਾਲੇ ਬੰਦੇ ਆ। ਇਹ ਤਾਂ ਅਸੀਂ ਸੋਚਿਆ ਵੀ ਅਸੀਂ ਉਹ ਲੋਕਾਂ ਦੀ, ਨਿਮਾਣੇ ਲੋਕਾਂ ਦੀ ਅਸੀਂ ਲੜਾਈ ਮੂਹਰੇ ਹੋ ਕੇ ਲੜੀਏ। ਜਿਹੜੀ ਪਰਲ ਦੀ ਜ਼ਮੀਨ
ਦੱਸੀ ਜਾ ਰਹੀ ਸੀਗੀ, ਉੱਥੇ ਸਪੌਟ ਤੇ ਕਵਰੇਜ ਕਰਕੇ ਲੈ ਕੇ ਆਏ ਆ। ਮਾਂਗੜ ਜੀ ਨਾਲ ਗੱਲਬਾਤ ਕੀਤੀ ਆ। ਉਸ ਤੋਂ ਬਾਅਦ ਕਈ ਪਰਿਵਾਰ ਇਹੋ ਜਿਹੇ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਨੇ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕੀਤਾ ਸੀਗਾ ਪਰ ਮਿਲਿਆ ਕੁਝ ਵੀ ਨਹੀਂ ਹੈਗਾ। ਸਾਡੇ ਨਾਲ ਬੈਠੇ ਨੇ ਪਿੰਡ ਰਾਮਗੜ੍ਹ ਤੋਂ ਮਾਤਾ ਜੀ ਬੈਠੇ ਨੇ। ਬੀਬੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਬੀਬੀ ਜੀ? ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਜੀ ਭੁਪਿੰਦਰ ਕੌਰ ਨਾਮ ਆ। ਭੁਪਿੰਦਰ ਕੌਰ। ਬੀਬੀ ਜੀ ਹੱਥ ਦੇ ਵਿੱਚ ਇੱਕ ਕੰਪਨੀ ਦਾ ਲੈਟਰ ਲੈ ਕੇ ਬੈਠੇ ਹੋ, ਕੀ ਸਾਰਾ ਮੈਟਰ ਸੀਗਾ? ਕੰਪਨੀ 'ਚ ਪੈਸਾ ਇਨਵੈਸਟ ਕੀਤਾ ਸੀਗਾ, ਕਿਹੜੇ ਸਾਲ 'ਚ ਪੈਸਾ ਇਨਵੈਸਟ ਕੀਤਾ ਸੀਗਾ, ਕਿੰਨਾ ਪੈਸਾ ਡੁੱਬ ਗਿਆ ਬੀਬੀ ਜੀ? ਅਸੀਂ 10ਵੇਂ ਸਨ ਤੋਂ ਸ਼ੁਰੂ ਕੀਤਾ ਹੋਇਆ ਸੀ ਜੀ। 2010 ਤੋਂ 2010 ਤੋਂ ਜੀ। ਪੈਸਾ ਅਸੀਂ ਜੋੜ ਕੇ ਲਾਲਚ ਨੂੰ ਵੀ 6 ਸਾਲ ਮਗਰੋਂ ਉੱਥੋਂ ਮਿਲ ਜਾਂਦੇ ਨੇ। ਇਸ ਕਰਕੇ ਅਸੀਂ ਆਖਿਆ ਵੀ ਸਾਡੇ 5 ਬੇਟੀਆਂ ਨੇ ਵਿਆਹੁਣ ਵਾਲੀਆਂ, ਮਕਾਨ ਸਾਡਾ ਦੇਖ ਲਓ ਤੁਸੀਂ ਤਿੜਿਆ ਫਿਰਦਾ ਵਾ ਜੀ। ਬੜੀ ਅਸੀਂ ਸਕੀਮ ਨਾਲ ਇਹ ਚੱਲੇ ਸੀ ਵੀ ਸਾਨੂੰ ਉੱਥੋਂ 6 ਸਾਲ ਮਗਰੋਂ ਦੁੱਗਣਾ ਪੈਸਾ ਮਿਲੂਗਾ। ਹੁਣ ਸਾਡੀ ਇਹੀ ਆ ਅਪੀਲ ਵੀ ਕੋਈ ਵੀ ਭਾਈ ਆ, ਕੋਈ ਭੈਣ ਆ, ਕੋਈ ਭਰਾ, ਕੋਈ ਬੇਟਾ, ਕੋਈ ਪੁੱਤਰ ਆ, ਵੀ ਸਾਡਾ ਹੱਥ ਜੋੜ ਕੇ ਬੇਨਤੀ ਇਹ ਆ ਵੀ ਸਾਨੂੰ ਇਹ ਪੈਸਾ ਦਿਵਾਇਆ ਜਾਵੇ। ਕੰਪਨੀ ਕਿੱਥੇ ਚਲੀ ਗਈ? ਕੰਪਨੀ ਭੱਜ ਗਈ ਤੁਹਾਡਾ ਪੈਸਾ ਲੈ ਕੇ? ਤੁਹਾਡੇ ਕੋਲ ਬੰਦਾ ਜਿਹੜਾ ਕਿਸ਼ਤਾਂ ਲੈ ਕੇ ਜਾਂਦਾ ਸੀ, ਏਜੰਟ ਸੀਗੇ, ਉਹ ਬੰਦੇ ਕਿੱਥੇ ਨੇ ਇਸ ਟਾਈਮ? ਹੁਣ ਜੀ ਪਤਾ ਨਹੀਂ ਵੀ ਕਿੱਧਰ ਨੂੰ ਗਏ ਆ ਕਿੱਧਰ ਨੂੰ ਨਹੀਂ। ਉੱਥੇ ਜਾ ਕੇ ਦੇਖਦੇ ਆ ਤਾਂ ਕੁਝ ਵੀ ਨਹੀਂ ਹੈਗਾ। ਅੱਛਾ ਜੀ। ਹੁਣ ਤੱਕ ਜਿਹੜੀਆਂ ਹੱਥ 'ਚ ਰਸੀਦਾਂ ਫੜੀਆਂ, ਤੁਹਾਨੂੰ ਲੱਗਦਾ ਵਾ ਉਂਗਲਾਂ ਤੇ ਗਿਣਾ ਸਕਦੇ ਹੋ ਕਿੰਨਾ ਪੈਸਾ ਕੰਪਨੀ ਨੂੰ ਪੇ ਕਰ ਚੁੱਕੇ ਹੋ? ਇਹ ਪੈਸਾ ਤਾਂ ਜੀ ਸਾਡਾ ਬਹੁਤ ਗਿਆ ਹੋਇਆ। ਅਸੀਂ 500 ਕਰਕੇ ਕਿਸ਼ਤ ਦਿੰਦੇ ਸੀ, 550 ਕਰਕੇ। ਫਿਰ ਅਸੀਂ ਡਾਕਖਾਨੇ ਵਿੱਚ 100 200 300 ਅਸੀਂ ਲਾ ਕੇ ਪੈਸਾ ਬਣਾਇਆ ਸੀ। ਉਹ ਵੀ ਅਸੀਂ ਲਾਲਚ ਕਰਕੇ ਵੀ ਚਲੋ ਇੱਥੇ 6 ਸਾਲ ਮਗਰੋਂ ਮਿਲਦੇ ਨੇ, ਉੱਥੇ 9-10 ਸਾਲ ਲੱਗ ਜਾਂਦੇ ਨੇ ਜੀ। ਵੀ ਅਸੀਂ ਉਹ ਵੀ ਪੈਸਾ ਇੱਥੇ ਲਾ ਬੈਠੇ। ਹੁਣ ਅਸੀਂ ਇਹੀ ਕਹਿੰਦੇ ਆ ਵੀ ਕੋਈ ਵੀ ਆ ਭੈਣ ਭਾਈ ਸਾਡੀ ਮਦਦ ਕਰੇ ਵੀ ਸਾਨੂੰ ਇਹ ਪੈਸਾ ਮਿਲ ਜਵੇ। ਤੁਹਾਡੇ ਪਿੰਡ ਤੋਂ ਸਮਾਜ ਸੇਵੀ ਨੇ ਕਮਲ ਮਾਂਗੜ ਜੀ ਨੇ, ਜਿਨ੍ਹਾਂ ਨੇ ਮੁੱਦਾ ਚੱਕਿਆ ਆ, ਜਿਹੜੇ ਗਰੀਬਾਂ ਦੇ ਨਾਲ ਧੱਕਾ ਹੋਇਆ ਵਾ, ਪੈਸਾ ਦੱਬ ਲਿਆ ਗਿਆ ਕੰਪਨੀ ਵੱਲੋਂ, ਉਹਨਾਂ ਨੇ ਲੋਕਾਂ ਦੀ ਇਹ ਇੱਕ ਮੈਸੇਜ ਲਗਾਇਆ, ਮੀਡੀਆ ਸਾਹਮਣੇ ਆਇਆ, ਟੀਵੀ ਚੈਨਲ ਦੇ ਮੂਹਰੇ ਆਇਓ। ਇਹਨਾਂ ਦੇ ਉਪਰਾਲੇ ਨੂੰ ਕਿੱਦਾਂ ਦੇਖਦੇ ਹੋ? ਅਸੀਂ ਜੀ ਹੁਣ ਇਹੀ ਅਸੀਂ ਦੇਖਿਆ ਵੀ ਇਹ ਮੁੰਡਾ ਉੱਤਾ ਚੱਕ ਰਿਹਾ ਜੀ। ਫਿਰ ਹਰੇਕ ਕੋਲੇ ਅਸੀਂ ਗੱਲ ਕਰਦੇ ਆਂ ਵੀ ਇਹ ਪੈਸਾ ਪਰਲ ਵਾਲਾ ਮਿਲ ਜੂ, ਪੈਸਾ ਪਰਲ ਵਾਲਾ ਮਿਲ ਜੂ। ਉਹ ਫਿਰ ਮੁੰਡਾ ਕਹਿੰਦਾ ਵੀ ਉੱਤਾ ਚੱਕਿਆ ਹੋਇਆ। ਦੇਖੋ ਜੀ ਪਰਮਾਤਮਾ ਮੂਹਰੇ ਇਹੀ ਬੇਨਤੀ ਹੈ ਵੀ ਸਾਡੀ ਇਹ ਮਿਹਨਤ ਸਫਲ ਆ ਜਾਵੇ, ਅਸੀਂ ਉੱਤਾ ਚੱਕ ਕੇ ਪੈਸਾ ਗਰੀਬ ਲੋਕਾਂ ਨੂੰ ਦਵਾਇਆ ਜਾਵੇ ਵੀ ਜਿਨ੍ਹਾਂ ਨੇ ਇਹ ਪੈਸਾ ਲਾਇਆ ਹੋਇਆ ਮਿਲ ਜਵੇ। ਬੀਬੀ ਜੀ ਹੁਣ ਪੈਸਾ ਡੁੱਬ ਗਿਆ, ਕੰਪਨੀ ਮਾਰ ਕੇ ਨੱਠ ਗਈ, ਕਿੱਦਾਂ ਦਿਲ ਪੱਕਾ ਕਰਕੇ ਬੈਠੇ ਹੋ? ਕੀ ਸੋਚ ਕੇ ਬੈਠੇ ਹੋ? ਆਸ ਹੈਗੀ ਹੈ ਸਰਕਾਰਾਂ ਤੋਂ ਇਹ ਕਿਸ ਤਰ੍ਹਾਂ ਸਰਕਾਰ ਤੁਹਾਡਾ ਪੈਸਾ ਵਾਪਸ ਦਵਾਏਗੀ? ਮਾਂਗੜ ਜੀ ਬਹੁਤ ਜ਼ੋਰ ਲਾ ਰਿਹਾ, ਮਾਮਲਾ ਬੜਾ ਇਹਨਾਂ ਨੇ ਹਾਈਲਾਈਟ ਕੀਤਾ ਹੋਇਆ ਵਾ। ਆਸ ਹੈਗੀ ਹੈ ਕਿਤੇ ਨਾ ਕਿਤੇ ਪੈਸੇ ਮਿਲਣਗੇ ਦੁਬਾਰੇ? ਆਸ ਰੱਖੀ ਤਾਂ ਜੀ ਬਹੁਤ ਹੋਈ ਆ ਵੀ ਜਿਹੜੇ ਮੁੰਡਿਆਂ ਨੇ ਨੌਜਵਾਨਾਂ ਨੇ ਉੱਤਾ ਚੱਕਿਆ ਹੋਇਆ ਬਈ ਇਹ ਦਵਾਉਣਗੇ। ਆਸ ਇਹ ਰੱਖੀ, ਜਦੋਂ ਫਿਰ ਦਿਲ 'ਚ ਆ ਜਾਂਦਾ ਇਹ ਪੈਸਾ ਫਿਰ ਅਸੀਂ ਮੰਜੇ ਤੋਂ ਉੱਠ ਨਹੀਂ ਸਕਦੇ ਜੀ। ਫਿਰ ਐ ਮਨ ਡੋਲ ਜਾਂਦਾ ਵੀ ਖਤਮ ਹੀ ਹੋ ਜਾਣਗੇ, ਵੀ ਸੋਚਿਆ ਕੀ ਸੀ ਬਣ ਕੀ ਗਿਆ। ਆਸ ਬਹੁਤ ਰੱਖੀ ਹੋਈ ਆ ਵੀ ਜਦੋਂ ਕਿਸੇ ਗੱਲ ਕਰ ਨਹੀਂ ਜੀ ਮਿਲਣਗੇ, ਨਹੀਂ ਜੀ ਮਿਲਣਗੇ। ਜਦੋਂ ਸਾਡੇ ਲੋਕ ਆ ਕੇ ਗਲ ਵੀ ਪੈਂਦੇ ਨੇ ਵੀ ਪੈਸਾ ਦਬਾਓ ਕਰੋ। ਸਰਕਾਰਾਂ ਹੁਣ ਵੋਟਾਂ ਆਉਣ ਲੱਗੀਆਂ ਨੇ, ਲੋਕਾਂ ਨੇ ਲੀਡਰਾਂ ਨੇ ਤੁਹਾਡੇ ਕੋਲ ਆਉਣਾ ਵਾ, ਤੁਸੀਂ ਇਹ ਮੁੱਦਾ ਸਾਹਮਣੇ ਨਹੀਂ ਰੱਖੋਗੇ ਵੀ ਕੰਪਨੀ ਨੇ ਸਾਡਾ ਪੈਸਾ ਮਾਰਿਆ? ਤਰ੍ਹਾਂ ਦੇ ਲੋਕਾਂ ਨੇ ਆ ਕੇ ਤੁਹਾਡੇ ਗੇਟਾਂ ਮੂਹਰੇ ਹੱਥ ਜੋੜਨੇ, ਲੀਡਰਾਂ ਨੇ ਆਉਣਾ ਵਾ, ਤੇ ਉਹਨਾਂ ਨੂੰ ਤੁਸੀਂ ਇਹ ਰੱਖੋਗੇ ਨਹੀਂ ਮੁੱਦਾ ਸਾਹਮਣੇ ਵੀ ਸਾਡਾ ਪੈਸਾ ਦਵਾਇਆ? ਇਹ ਅਸੀਂ ਇਹੀ ਮੁੱਦਾ ਮੂਹਰੇ ਰੱਖਣਾ ਵੀ ਸਾਡਾ ਪਹਿਲਾਂ ਪੈਸਾ ਦਬਾਓ, ਤਾਂ ਵੋਟਾਂ ਪੈਣਗੀਆਂ, ਸਾਡਾ ਪੈਸਾ ਦਬਾਓ। ਜੀ। ਔਰ ਬੀਬੀ ਜੀ ਤੁਹਾਡੇ ਪਿੰਡ 'ਚ ਹੋਰ ਕਿੰਨੇ ਕੁ ਘਰ ਹੋ ਸਕਦੇ ਆ ਤੁਹਾਨੂੰ ਲੱਗਦਾ ਵਾ? ਤੁਹਾਡੇ ਆਂਢ ਗੁਆਂਢ ਪਿੰਡ 'ਚ ਹੋਰ ਵੀ ਤੁਹਾਡੀਆਂ ਸਹੇਲੀਆਂ ਨੇ, ਭੈਣਾਂ ਨੇ ਜਾਂ ਮਹੱਲੇ ਵਾਲਿਆਂ ਨੇ, ਪਿੰਡ ਵਾਲਿਆਂ ਨੇ ਪੈਸਾ ਲਗਾਇਆ ਹੋਣਾ ਵਾ? ਬਹੁਤ ਪੈਸਾ ਲਗਾਇਆ ਹੋਇਆ, ਰਾਮਗੜ੍ਹ ਨੇ ਬਹੁਤ ਪੈਸਾ ਲਗਾਇਆ ਹੋਇਆ ਜੀ। ਬਹੁਤ ਲੋਕਾਂ ਨੇ ਇਸ 'ਚ ਤਾਂ ਪੂਰੇ ਪੰਜਾਬ 'ਚ 30 ਲੱਖ ਪਰਿਵਾਰ ਦੱਸਿਆ ਜਾ ਰਿਹਾ ਵਾ, ਜਿਵੇਂ ਤੁਹਾਡਾ ਪੈਸਾ ਕੰਪਨੀ ਨੇ ਮਾਰ ਲਿਆ ਵਾ, 30 ਲੱਖ ਪਰਿਵਾਰ ਦੱਸਿਆ ਜਾ ਰਿਹਾ ਵਾ। ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ, ਗਰੀਬ ਤਬਕੇ ਹੋਣਗੇ, ਇੱਕ ਟਾਈਮ ਦੀ ਰੋਟੀ ਜੁੜਦੀ ਹੈ ਨਹੀਂ ਜੁੜਦੀ। ਅੱਗਾ ਸੋਚੇ ਅਗਲੇ ਨੇ ਪੈਸਾ ਇਨਵੈਸਟ ਕੀਤਾ ਸੀ, ਕੰਪਨੀ ਲੈ ਕੇ ਨੱਠ ਗਈ, ਹੁਣ ਕਿਸ ਤਰ੍ਹਾਂ ਉਹ ਪਰਿਵਾਰ ਗੁਜ਼ਾਰਾ ਕਰਦੇ ਹੋਣਗੇ? ਇੱਦਾਂ ਗਾਹਾਂ ਕਹਿ ਕੇ ਆਪਦੇ ਰਿਸ਼ਤੇਦਾਰਾਂ ਦੇ ਵੀ ਪੈਸੇ ਲਗਵਾਏ ਵੀ 6 ਸਾਲ 'ਚ ਤੁਹਾਨੂੰ ਦੁੱਗਣੇ ਮਿਲ ਜਾਣੇ ਨੇ, 6 ਸਾਲ 'ਚ ਤੁਹਾਨੂੰ ਦੁੱਗਣੇ ਮਿਲ ਜਾਣੇ। ਤਾਂ ਉਹ ਵੀ ਲਗਵਾਏ। ਹੁਣ ਇਹੀ ਆਸ ਆ ਵੀ ਸੱਚੇ ਪਾਤਸ਼ਾਹ ਵੀ ਸਾਡੇ ਤੁਸੀਂ ਪੈਸੇ ਦਵਾਓ। ਕੋਈ ਨਾ ਕੋਈ ਇਹੋ ਜਿਹਾ ਨੌਜਵਾਨ ਖੜਾ ਹੋਵੇ ਵੀ ਜਿਹੜਾ ਇਸ ਮੁੱਦੇ ਨੂੰ ਪਾਸ ਕਰੇ ਵੀ ਹਾਂ ਵੀ ਮੈਂ ਪੈਸਾ ਤੁਹਾਡਾ ਦਵਾਉਂ। ਪਿੰਡ ਰਾਮਗੜ੍ਹ 'ਚ ਖੜੇ ਆ, ਪਰਲ ਕੰਪਨੀ ਦਾ ਮੁੱਦਾ ਤੁਹਾਨੂੰ ਪਤਾ ਕਿ ਇਸ ਤਰ੍ਹਾਂ ਭਖਿਆ ਹੋਇਆ ਵਾ। ਪਿੰਡ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਪੈਸਾ ਕੰਪਨੀ 'ਚ ਇਨਵੈਸਟ ਕੀਤਾ ਸੀਗਾ, ਹੋਰ ਘਰ ਦੇ ਵਿੱਚ ਪਹੁੰਚੇ ਆ, ਗੱਲਬਾਤ ਕਰਦੇ ਆ ਭੈਣ ਹੁਣਾਂ ਦੇ ਨਾਲ। ਭੈਣ ਜੀ ਕੀ ਨਾਮ ਹੈ ਜੀ ਪਹਿਲਾਂ ਤੁਹਾਡਾ? ਮੇਰਾ ਨਾਮ ਰਣਜੀਤ ਕੌਰ ਹੈ ਜੀ। ਰਣਜੀਤ ਕੌਰ ਜੀ ਕਿੰਨੀ ਉਮਰ ਹੈ ਭੈਣ ਜੀ ਪਹਿਲਾਂ ਤੁਹਾਡੀ ਇਹ ਦੱਸੋ? ਮੇਰੀ ਉਮਰ ਹੈਗੀ 40 ਸਾਲ। 40 ਸਾਲ ਦੀ ਆ। ਭੈਣ ਜੀ ਹੱਥਾਂ ਦੇ ਵਿੱਚ ਕਾਗਜ਼ ਫਾਰਮ ਲੈ ਕੇ ਖੜੇ ਹੋ, ਕੀ ਚੀਜ਼ ਆ ਜੀ ਇਹ ਸਾਰੀ? ਇਹ ਅਸੀਂ ਵੀਰੇ ਪਰਲ ਕੰਪਨੀ ਦੇ ਕੋਲੇ ਪੈਸੇ ਜਿਹੜੇ ਨੇ ਜਮ੍ਹਾਂ ਕਰਵਾਏ ਸੀਗੇ,
ਮੈਂ ਕਿਸ਼ਤਾਂ ਜਮ੍ਹਾਂ ਕਰਵਾਉਂਦੇ ਸੀ ਜੀ। ਅਸੀਂ 2-3 ਪਰਿਵਾਰ ਆ, ਦਰਾਣੀ ਜਠਾਣੀ, ਅਸੀਂ 50-50 ਹਜ਼ਾਰ ਦੀ ਕਿਸ਼ਤ ਵੀ ਲਾਈ ਹੈ। ਅਸੀਂ 1650 ਰੁਪਏ ਮਹੀਨਾ ਉਹ ਵੀ ਦਿੰਦੇ ਸੀਗੇ ਜੀ। ਪਰ ਹੁਣ ਸਾਡੇ ਜਿਹੜੇ ਪੈਸੇ ਨੇ ਸਾਨੂੰ ਕੋਈ ਨਹੀਂ ਉਹਦੇ ਵਿੱਚੋਂ ਕੋਈ ਮਿਲ ਨਹੀਂ ਰਿਹਾ। ਜਿਹੜੇ ਕੰਪਨੀ ਵਾਲੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਨੇ, ਕਿੱਥੇ ਨਹੀਂ। ਸਾਡਾ ਤਾਂ ਪੈਸਾ ਵੀ ਹੱਥਾਂ ਡੁੱਬ ਦੇ ਗਿਆ। ਵਿੱਚ ਜਿਹੜੇ ਫਾਰਮ ਲਏ ਹੋਏ ਆ, ਰਿਕਾਰਡ ਆ, ਕੀ ਇੱਧਰ ਕੋਈ ਕੈਮਰੇ 'ਚ ਕਰਕੇ ਦਿਖਾਓ ਤਾਂ ਜਰਾ ਥੋੜਾ ਜਿਹਾ। ਇਹ ਜਿਹੜੀ ਪਰਲ ਕੰਪਨੀ ਆ ਉਹਦੇ 'ਚ ਪੈਸਾ ਇਨਵੈਸਟ ਕੀਤਾ ਉਹਦੇ ਵਿੱਚ ਪੈਸਾ ਕਿਹੜੇ ਸਾਲ ਤੋਂ ਇਨਵੈਸਟਮੈਂਟ ਸ਼ੁਰੂ ਕੀਤੀ ਸੀਗੀ? 2010 ਤੋਂ ਜੀ। 2010 ਤੋਂ ਕਿੰਨੇ ਸਾਲ ਤੱਕ ਪ੍ਰੀਮੀਅਮ ਭਰਿਆ ਜੀ? ਅਸੀਂ 2014 ਤੱਕ 15 ਤੱਕ ਭਰੇ ਆ ਜੀ। 5 ਸਾਲ ਲਗਾਤਾਰ ਪ੍ਰੀਮੀਅਮ ਭਰਿਆ ਵਾ। ਭਰਿਆ, ਹਾਂਜੀ। ਕਿੰਨਾ ਕੁ ਪੈਸਾ ਕੰਪਨੀ ਨੂੰ ਅੱਜ ਤੱਕ ਪੇ ਕਰ ਚੁੱਕੇ ਹੋ? ਸਾਡਾ ਤਕਰੀਬਨ ਹੈਗਾ ਜੀ 15-20 ਲੱਖ ਰੁਪਈਆ ਹੈਗਾ ਵਾ, ਕਿਉਂਕਿ ਅਸੀਂ 3 ਪਰਿਵਾਰ ਆ। ਅੱਛਾ, ਤਿੰਨੇ ਦਰਾਣੀ ਜਠਾਣੀ ਦਾ। ਹਾਂਜੀ ਹਾਂ, ਸਾਡਾ ਤਿੰਨਾਂ ਦਰਾਣੀ ਜਠਾਣੀ ਦਾ 15-20 ਲੱਖ ਰੁਪਈਆ ਹੈਗਾ ਜੀ। ਅੱਛਾ ਜੀ। ਤੇ 15-20 ਲੱਖ ਰੁਪਏ ਦੀ ਕੋਈ ਥੋੜੀ ਰਕਮ ਨਹੀਂ ਹੁੰਦੀ ਹੈਗੀ। ਕੰਪਨੀ ਤੁਹਾਡਾ ਲੈ ਕੇ ਨੱਠ ਗਈ ਆ, ਕਿਸ ਤਰ੍ਹਾਂ ਤੁਸੀਂ ਜਿਗਰਾ ਕਰੀ ਬੈਠੇ ਹੋ? ਦੁਆਰੇ ਕਿਸ ਤਰ੍ਹਾਂ ਆਸ ਵੱਜੀ ਹੈ ਤੁਹਾਨੂੰ ਵੀ ਤੁਹਾਡਾ ਪੈਸਾ ਵਾਪਸ ਮਿਲੇਗਾ? ਸਾਨੂੰ ਵੀਰ ਜੀ ਸਾਡੇ ਪਿੰਡ ਰਾਮਗੜ੍ਹ ਦੇ ਵੀਰ ਜੀ ਕਮਲ ਨੇ ਹੈਗੇ, ਜਿਹੜੇ ਉਹ ਬਹੁਤ ਹੌਸਲਾ ਦੇ ਰਹੇ ਨੇ, ਕਹਿ ਰਹੇ ਨੇਗੇ ਕਿ ਵੀ ਇਹ ਪੈਸਾ ਜਿਹੜਾ ਅਸੀਂ ਤੁਹਾਡਾ ਅੱਗੇ ਲੱਗ ਕੇ ਤੁਹਾਨੂੰ ਪੈਸਾ ਇਹ ਸਾਰਿਆਂ ਦੇ ਨਿਗਾਹ ਦੇ ਵਿੱਚ ਇਹ ਮੁੱਦਾ ਲਿਆਂਦਾ ਜਾਊਗਾ ਔਰ ਤੁਹਾਡਾ ਪੈਸਾ ਜਿਹੜਾ ਉਹ ਵਾਪਸ ਕਰਵਾਇਆ ਜਾਊਗਾ। ਅਸੀਂ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਕਿ ਜਿਨ੍ਹਾਂ ਨੇ ਘਰ ਘਰ ਜਾ ਕੇ ਇਹ ਸਾਰਿਆਂ ਤੋਂ ਪੁੱਛ ਰਹੇ ਨੇ ਔਰ ਸਾਰਿਆਂ ਨੂੰ ਹੌਸਲਾ ਦੇ ਰਹੇ ਨੇ, ਕਹਿ ਰਹੇ ਨੇ ਕਿ ਵੀ ਭਾਈ ਤੁਹਾਡਾ ਪੈਸਾ ਜੋ ਵੀ ਹੈ ਉਹ ਤੁਹਾਨੂੰ ਮਿਲੂਗਾ। ਪਿੰਡ 'ਚ ਤੁਹਾਡੇ ਵਰਗੇ ਹੋਰ ਕਈ ਘਰ ਕਿੱਦਾਂ ਦੇ ਤੁਹਾਨੂੰ ਲੱਗਦਾ, ਕਿੰਨੇ ਕੁ ਜੀ ਜਾਂ ਕਿੰਨੇ ਘਰ ਪਰਿਵਾਰ ਹੋ ਸਕਦੇ ਆ ਤੁਹਾਡੇ ਪਿੰਡ ਦੇ? ਇਸ ਤਰ੍ਹਾਂ ਦਾ ਜਿੱਦਾਂ ਸੁਣਨ 'ਚ ਖਬਰ ਆਈ ਆ ਕਿ ਪੂਰੇ ਪੰਜਾਬ ਤੋਂ ਲੋਕ ਗ੍ਰਸਤ ਨੇ, ਲੋਕ ਪੀੜਤ ਨੇ, ਜਿਨ੍ਹਾਂ ਨੇ ਪੈਸਾ ਫਸਾਤਾ ਕੰਪਨੀ 'ਚ। 30 ਲੱਖ ਪਰਿਵਾਰ, ਤੁਹਾਡੇ ਪਿੰਡ 'ਚ ਕਿੰਨੇ ਘਰ ਹੋਣਗੇ? ਸਾਡੇ ਪਿੰਡ ਰਾਮਗੜ੍ਹ ਦੇ ਵਿੱਚ ਤਾਂ ਜੀ ਬਹੁਤ ਘਰ ਨੇਗੇ, ਜਿਨ੍ਹਾਂ ਦੀ ਗਿਣਤੀ ਨਹੀਂ ਹੈਗੀ। ਬਹੁਤ ਲੋਕ ਨੇ ਜਿਨ੍ਹਾਂ ਨੇ ਜਾਣੀ ਦੇ ਵਿੱਚ ਆਪਦਾ ਥੋੜ੍ਹੇ ਪੈਸੇ ਦੇ ਵਿੱਚੋਂ ਜਮ੍ਹਾਂ ਕਰਕੇ ਪੈਸਾ ਲਾਇਆ ਹੋਇਆ ਵਾ। ਮੁੱਦਾ ਦੁਬਾਰੇ ਚੱਕਿਆ ਗਿਆ ਵਾ। ਪੰਜਾਬ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਕਮਲ ਮਾਂਗਟ ਜੀ ਨੇ ਮੈਨੂੰ ਕਿਹਾ ਵਾ ਹਫ਼ਤੇ 10 ਦਿਨ ਬਾਅਦ ਕੈਪਟਨ ਨੂੰ ਤੇ ਸਿੱਧੂ ਸਾਹਿਬ ਨਾਲ ਅਪਰੋਚ ਕਰਨਗੇ। ਤੁਹਾਡਾ ਇਹ ਮੁੱਦਾ ਉਹਨਾਂ ਦੇ ਮਸਲਾ ਲਿਆ ਜਾਏਗਾ ਧਿਆਨ ਦੇ ਵਿੱਚ। 15-20 ਲੱਖ ਰੁਪਇਆ ਥੋੜੀ ਰਕਮ ਨਹੀਂ ਹੁੰਦੀ ਹੈਗੀ। ਤੁਹਾਨੂੰ ਉਹ ਪੈਸਾ ਮਿਲਦਾ ਵਾ, ਆਸ ਵੱਝਦੀ ਹੈ ਕੋਈ? ਹਾਂਜੀ ਹਾਂ, ਸਾਨੂੰ ਬਹੁਤ ਹੈਗਾ ਵਾ, ਬਹੁਤ ਜ਼ਿਆਦਾ ਸਾਨੂੰ ਮਤਲਬ ਹੈਗਾ ਵਾ ਵੀ ਹੁਣ ਸਾਡਾ ਪੈਸਾ ਜਿਹੜਾ ਇਹ ਮਿਲ ਜੂਗਾ ਜੀ। ਮਸਲਾ ਮੁੱਦਾ ਜ਼ਿਆਦਾ ਮਗਿਆ ਹੋਇਆ ਵਾ। ਪਰਲ ਕੰਪਨੀ ਦੇ ਜਿਹੜੇ ਲੋਕਾਂ ਨੇ ਪੈਸਾ ਇਨਵੈਸਟ ਕੀਤਾ ਸੀਗਾ, ਪੈਸੇ ਨੂੰ ਲੈ ਕੇ ਕਿਤੇ ਨਾ ਕਿਤੇ ਕੰਪਨੀ ਦੇ ਪੈਸਾ ਲੋਕਾਂ ਦਾ ਨਹੀਂ ਮੋੜਿਆ। ਜ਼ਮੀਨ ਪਿੰਡ ਦੇ ਵਿੱਚ ਪਈ ਆ। ਸਰਕਾਰਾਂ ਵੱਲੋਂ, ਹਾਈ ਕੋਰਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸੀਗੇ ਕਿ ਕੰਪਨੀ ਦੀ ਪ੍ਰਾਪਰਟੀ ਆ ਜਿਹੜੀ ਸੇਲ ਕਰਕੇ ਲੋਕਾਂ ਦਾ ਪੈਸਾ ਵਾਪਸ ਕੀਤਾ ਜਾਵੇ। ਪਿੰਡ ਰਾਮਗੜ੍ਹ ਦੇ ਵਿੱਚ ਪਹੁੰਚੇ ਆ। ਦੇਖ ਸਕਦੇ ਹੋ ਪਿੱਛੇ ਘਰ ਦੇ ਵਿੱਚ ਲੇਡੀਜ਼, ਪਿੰਡ ਦੀਆਂ ਜਨਾਨੀਆਂ ਖੜੀਆਂ ਨੇ, ਧੀਆਂ ਭੈਣਾਂ ਖੜੀਆਂ ਨੇ। ਮੇਰਾ ਨਾਮ ਕੁਲਦੀਪ ਕੌਰ ਹੈ ਜੀ। ਕੁਲਦੀਪ ਕੌਰ ਆ ਜੀ। ਤੁਸੀਂ ਵੀ ਪੈਸਾ ਲਗਾਇਆ ਸੀ ਜੀ ਕੰਪਨੀ ਦੇ ਵਿੱਚ? ਹਾਂਜੀ ਹਾਂਜੀ, ਅਸੀਂ ਵੀ ਲਗਾਇਆ। ਪਿੰਡ ਦੇ ਕਿੰਨੇ ਕੁ ਘਰ ਤੁਹਾਨੂੰ ਲੱਗਦਾ ਹੋਰ ਹੋਣਗੇ ਵੀ ਜਿਨ੍ਹਾਂ ਨੇ ਕੰਪਨੀ 'ਚ ਪੈਸਾ ਇਨਵੈਸਟ ਕੀਤਾ ਸੀਗਾ? ਕਾਫੀ ਸੀ ਜੀ, ਸਾਡੇ ਘਰ ਦੇ ਪਿੰਡ ਦੇ ਲੋਕ ਕਾਫੀ ਜੁੜੇ ਹੋਏ ਸੀ ਉਹਨਾਂ ਨਾਲ। 2007 ਦੇ ਵਿੱਚ ਸਾਡੀ ਮਾਂ ਡੈਥ ਹੋਈ ਸੀਗੀ, ਮੇਰੀ ਸੱਸ ਦੀ। ਉਹਨਾਂ ਨੇ ਵੀ ਭਰੀਆਂ ਹੋਈਆਂ ਸੀਗੀਆਂ ਕਿਸ਼ਤਾਂ। ਕਿੰਨੇ ਸਾਲ ਤੱਕ ਤੁਸੀਂ ਕਿਸ਼ਤਾਂ ਭਰਤੀਆਂ ਕੰਪਨੀ ਨੂੰ? ਕਿੰਨਾ ਪੈਸਾ ਹੁਣ ਤੱਕ ਦਾ ਦੇ ਚੁੱਕੇ ਉਹ ਹੋ? ਕਹਿੰਦੇ ਚਾਹੇ ਤੁਸੀਂ ਇੱਕ ਵੀ ਕਿਸ਼ਤ ਭਰੀ ਸੀ ਨਾ ਉੱਥੇ, ਇੱਕ ਵੀ ਦੋ ਵੀ, ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਨੂੰ ਸਾਰੇ ਹੀ ਪੈਸੇ ਮਿਲਦੇ ਹੁੰਦੇ ਆ ਨਾ ਜੀ। ਹਾਂਜੀ, ਇਹਨਾਂ ਨੇ ਪਰ ਸਾਨੂੰ ਇਹੋ ਜੀ ਕੋਈ ਨਹੀਂ ਦਿੱਤੇ। ਜਿੰਨੀਆਂ ਅਸੀਂ ਭਰੀਆਂ ਸੀ ਉਨੇ ਹੀ ਸਾਨੂੰ ਮੋੜ ਕੇ ਦੇਤੇ। ਉਹ ਕਹਿੰਦੇ ਆ ਵੀ ਬੰਦ ਹੋ ਗਈ ਕੰਪਨੀ ਉਸ ਤੋਂ। ਤੁਹਾਡਾ ਪੈਸਾ ਵਾਪਸ ਮਿਲ ਗਿਆ ਤੁਹਾਨੂੰ? ਨਾ ਜੀ, ਸਾਨੂੰ ਨਹੀਂ ਮਿਲਿਆ ਹੈਗਾ। ਅੱਛਾ, ਤੁਹਾਨੂੰ ਇੱਕ ਰਫਲੀ ਜਾਂ ਮੂੰਹ ਜ਼ਬਾਨੀ ਯਾਦ ਹੋਊਗਾ ਵੀ ਤੁਸੀਂ ਹੁਣ ਤੱਕ ਕਿੰਨਾ ਕੁ ਪੈਸਾ ਕੰਪਨੀ ਨੂੰ ਪੇ ਕਰਤਾ? ਫਿਰ ਸਰ ਅਸੀਂ ਹਟ ਗਏ ਸੀ ਭਰਾਉਣ। ਅੱਛਾ। ਹਾਂਜੀ, ਥੋੜਾ ਹੀ ਭਰਾਇਆ ਸੀਗਾ ਅਸੀਂ, ਉਸ ਤੋਂ ਬਾਅਦ ਅਸੀਂ ਹਟ ਗਏ ਸੀ। ਫਿਰ ਮੰਮਾ ਦੀ ਡੈਥ ਹੋ ਗਈ ਸੀਗੀ। ਅੱਛਾ ਜੀ। ਹਾਂਜੀ, ਇਹ ਕਹਿੰਦੇ ਵੀ ਫਿਰ ਉਹਨਾਂ ਦੀ ਤਾਂ ਡੈਥ ਹੋ ਗਈ, ਹੁਣ ਵੀ ਹੁਣ ਨਹੀਂ ਭਰਾਉਣੇ ਹੈਗੇ ਤੁਸੀਂ, ਜਿਹੜੇ ਉਹਨਾਂ ਦੇ ਗਏ ਤੁਹਾਨੂੰ ਵਾਪਸ ਮਿਲ ਜਾਣਗੇ। ਪਰ ਜਿਹੜਾ ਪੈਸਾ ਦਿੱਤਾ ਹੋਇਆ ਵਾ ਵਾਪਸ ਆਉਣ ਦੀ ਕੋਈ ਆਸ ਭੱਜੀ ਹੋਵੇ, ਕਿਸ ਤਰ੍ਹਾਂ ਨੂੰ ਲੱਗਦਾ ਜਿਹੜਾ ਪੈਸਾ ਦਿੱਤਾ ਹੋਇਆ ਵਾ ਉਹ ਵਾਪਸ ਕਿੱਦਾਂ ਆਏਗਾ? ਹੁਣ ਤਾਂ ਜੀ ਕੋਈ ਗੱਲਬਾਤ ਹੀ ਨਹੀਂ ਕਰਦੇ। ਜਿਨ੍ਹਾਂ ਕੋਲੇ ਅਸੀਂ ਭਰਾਉਂਦੇ ਸੀਗੇ ਬਸ ਕਹੀ ਜਾਂਦੇ ਆ ਸਾਨੂੰ ਤਾਂ ਪਤਾ ਨਹੀਂਗਾ, ਉਹਦਾ ਭੱਜ ਗਏ ਕੰਪਨੀ ਵਾਲੇ। ਕਹਿੰਦੇ ਆ ਕੰਪਨੀਆਂ ਲੈ ਕੇ ਚਲੀਆਂ ਗਈਆਂ ਵੀ ਕੰਪਨੀ ਵਾਲੇ ਮਿਲਨੇ ਨਹੀਂ ਹੈਗੇ, ਐਂ ਕਹਿੰਦੇ ਆ ਅੱਛਾ ਜੀ। ਵੀ ਉਹ ਚਲੇ ਗਏ ਪੈਸੇ ਲੈ ਕੇ। ਅੱਛਾ। ਤੇ ਕਿਸ ਤਰ੍ਹਾਂ ਪਰਿਵਾਰ ਗੁਜ਼ਾਰਾ ਕਿਦਾਂ ਕਰ ਰਿਹਾ ਵਾ? ਘਰੋਂ ਕਿਦਾਂ ਵਾਂ? ਠੀਕ ਠਾਕ ਹੋ? ਵਧੀਆ ਪੈਸਾ ਕਮਾਉਂਦੇ ਹੋ? ਕੰਪਨੀ 'ਚ ਪੈਸਾ ਕੀ ਸੋਚ ਕੇ ਪੈਸਾ ਲਾਇਆ ਸੀਗਾ? ਕੱਲ ਨੂੰ ਕੀ ਵਾਧਾ ਦੇ ਕੇ ਜਾਊਗੀ? ਵਾਧਾ ਤਾਂ ਕੀ ਦੇਣਾ, ਕੰਪਨੀ ਤੁਹਾਡੇ ਪੈਸੇ ਲੈ ਕੇ ਨੱਠ ਗਈ? ਹਾਂਜੀ, ਅਸੀਂ ਤਾਂ ਗਰੀਬ ਆ, ਮਸਾਂ ਕਿਸ਼ਤ ਭਰਾਉਂਦੇ ਸੀਗੇ। ਸਾਡੇ ਤਾਂ ਘਰ ਦੇ ਫੋਟੋਗ੍ਰਾਫਰ ਨੇਗੇ, ਪ੍ਰਾਈਵੇਟ ਕੰਮ ਕਰਦੇ ਨੇਗੇ, ਅੱਛਾ ਜੀ। ਤੇ ਮਸਾਂ ਗੁਜ਼ਾਰਾ ਹੁੰਦਾ ਘਰ ਦਾ। ਜੀ। ਤੇ ਸੋਚ ਕੇ ਅਸੀਂ ਪੈਸੇ ਇਕੱਠੇ ਕਰਦੇ ਸੀ ਵੀ ਕਿਸੇ ਕੰਮ ਆਉਣਗੇ। ਉਹ ਸਾਨੂੰ ਬਹੁਤ ਘਾਟਾ ਪਾ ਗਏ। ਹਾਂਜੀ ਹਾਂਜੀ। ਸਾਡੇ ਵੀ ਫੈਕਟਰੀ 'ਚ ਹੀ ਕੰਮ ਕਰਦੇ ਆ, ਇੱਕ ਦਿਹਾੜੀ ਲੱਗਦੀ ਆ, 2 ਛੁੱਟੀਆਂ ਹੋ ਜਾਂਦੀਆਂ ਨੇ ਜੀ। ਉਹ ਤੁਹਾਡੇ ਕੋਲ ਹੀ ਹੁਣ ਲਾਕਡਾਊਨ ਦੇ ਵਿੱਚ ਕੀ ਹਾਲ ਰਿਹਾ ਗਰੀਬਾਂ ਦਾ। ਬਸ ਗੁਜ਼ਾਰਾ ਕਰ ਰਹੇ ਆ ਔਖੇ ਸੌਖੇ। ਜਿਹੜੇ ਅਗਲੇ ਨੂੰ ਲਾ ਕੇ ਲਾਲਚ ਭਰਾ ਲੈਂਦੇ ਨੇ ਵੀ ਇੰਨੇ ਮਿਲਣਗੇ ਤੁਹਾਨੂੰ, ਉਸ ਤੋਂ ਬਾਅਦ ਜਿਹੜੇ ਸਾਡੇ ਅਸੀਂ ਭਰੇ ਹੁੰਦੇ ਉਹ ਵੀ ਚਲੇ ਜਾਂਦੇ ਆ। ਕਿਤੇ ਨਾ ਕਿਤੇ ਸੇਵਿੰਗ ਹੁੰਦੀ ਆ। ਆਪਾਂ ਕਹਿੰਦੇ ਆ ਆਪਣੀ ਸੇਵਿੰਗ ਦੇ ਵਿੱਚੋਂ ਪੈਸਾ ਕੱਢਦੇ ਆ, ਚਲੋ ਕੱਲ੍ਹ ਨੂੰ ਬੰਦੇ ਨੂੰ ਆਸ ਹੁੰਦੀ ਆ ਅੱਜ ਪੈਸਾ ਲਗਾਵਾਂਗੇ, ਕੱਲ੍ਹ ਨੂੰ 4 ਪੈਸੇ ਨਾਲ ਜੁੜ ਕੇ ਆਉਣਗੇ। ਇਸ ਚੱਕਰਾਂ ਦੇ ਵਿੱਚ ਪੂਰਾ ਪੰਜਾਬ ਡੁੱਬ ਗਿਆ ਵਾ। ਪੰਜਾਬ ਦੇ ਕਈ ਘਰ ਗਰੀਬ ਇਹੋ ਜਿਹੇ ਨੇ ਜਿਨ੍ਹਾਂ ਨੂੰ ਘਰ 'ਚ ਰੋਟੀ ਵੀ ਖਾਣ ਨੂੰ ਨਹੀਂ ਹੈਗੀ। ਕਿਤੇ ਨਾ ਕਿਤੇ ਬੰਦਾ ਸੋਚਦਾ ਸੀਗਾ ਚੱਲ ਅੱਜ 4 ਪੈਸੇ ਲਗਾਵਾਂਗੇ ਨਾਲ ਜੁੜ ਕੇ ਆਉਣਗੇ। ਉਹ ਲੋਕਾਂ ਦੇ ਵੀ ਬੜੇ ਹਾਲਾਤ ਖਰਾਬ ਨੇ। ਉਹਨਾਂ ਲੋਕਾਂ ਬਾਰੇ ਕੀ ਸੋਚਦੇ ਹੋ? ਇਹੀ ਸੋਚਦੇ ਆ ਜੀ, ਜਿਹੜਾ ਪੈਸਾ ਅਗਲੇ ਨੇ ਲਾਇਆ ਇੰਨਾ ਔਖੇ ਹੋ ਕੇ ਲਾਇਆ, ਮਿਲਣਾ ਹੀ ਚਾਹੀਦਾ ਅਗਲੇ ਨੂੰ। ਹਾਂਜੀ,
ਨਹੀਂ ਤੇ ਫਿਲਹਾਲ ਤਾਂ ਫਿਰ ਲੋਕਾਂ ਨੇ ਇਹ ਕਰਨੋਂ ਹਟ ਜਾਣਾ, ਕੋਈ ਕੰਪਨੀਆਂ ਨੂੰ ਪੈਸਾ ਨਹੀਂ ਕਰਨਾ ਹੈਗਾ ਜਮ੍ਹਾਂ, ਜਦ ਫਿਰ ਮਿਲਣਾ ਹੀ ਨਹੀਂ, ਗਰੀਬ ਨੇ ਤਾਂ ਮਸਾ ਜਮ੍ਹਾਂ ਕਰਨਾ। ਕਿਸੇ ਨੇ ਵਿਸ਼ਵਾਸ ਹੀ ਨਹੀਂ ਕਰਨਾ। ਹਾਂਜੀ। ਤੁਹਾਡਾ ਕੀ ਨਾਮ ਹੈ ਭੈਣ ਜੀ? ਹਾਂਜੀ, ਮੇਰਾ ਹਰਪ੍ਰੀਤ ਕੌਰ ਨਾਮ ਹੈ ਜੀ। ਹਾਂ, ਇਹ ਘਰ ਤੁਹਾਡਾ ਹੀ ਹੈ ਭੈਣ ਜੀ? ਹਾਂਜੀ, ਸਾਡਾ ਹੀ ਘਰ ਹੈ ਜੀ। ਇਹ ਆ ਦੇਖੋ ਜੀ ਤੁਸੀਂ, ਸਾਡੀ 1 2 3 4 5 ਕਿਸ਼ਤਾਂ ਚੱਲਦੀਆਂ ਸੀਗੀਆਂ ਤੇ ਅਸੀਂ ਬੜੇ ਔਖੇ ਹੋ ਕੇ ਦਿੰਦੇ ਸੀ, ਚਲੋ ਵੀ ਜਵਾਕਾਂ ਦਾ ਫਿਊਚਰ ਬਣਾਵਾਂਗੇ, ਪਰ ਐਦਾਂ ਦਾ ਕੁਝ ਨਹੀਂ ਹੋਇਆ। ਨਾ ਸਾਡੇ ਪੈਸੇ ਵਾਪਸ ਮਿਲੇ ਨੇ, ਸਾਨੂੰ ਲਾਰਿਆਂ 'ਚ ਰੱਖਿਆ ਜਾ ਰਿਹਾ ਵਾ। ਸਾਡੇ ਘਰ ਦੇ ਹਾਲਤ ਵੀ ਬਹੁਤ ਮਾੜੇ ਨੇ ਹੁਣ ਤਾਂ, ਤੁਹਾਨੂੰ ਪਤਾ ਹੀ ਹੈ। ਮੇਰੇ ਹਸਬੰਡ ਬਿਮਾਰ ਨੇ ਤੇ ਉਹਨਾਂ ਨੂੰ ਪੈਰਾਲਾਈਜ਼ ਆ ਤੇ ਹੁਣ ਸਾਨੂੰ ਕਿਸੇ ਪਾਸਿਓਂ ਕੋਈ ਆਮਦਨ ਨਹੀਂ ਹੈਗੀ। ਸਾਡੇ ਸਿਰਫ ਪਰਲ ਵਾਲੇ ਹੀ ਪੈਸੇ ਦਿੱਤੇ ਜਾਣ, ਹੋਰ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਸਰਕਾਰਾਂ ਦੇ ਵਿੱਚੋਂ ਨੁਮਾਇੰਦੇ ਆਉਂਦੇ ਹੋਣੇ, ਜੁੜੇ ਹੋਏ ਐਮਪੀ ਆਉਂਦੇ ਆ, ਲੀਡਰ ਆਉਂਦੇ ਆ, ਮੰਤਰੀ ਆਉਂਦੇ ਆ, ਘਰਾਂ ਦੇ ਵਿੱਚ ਕਿਤੇ ਨਾ ਕਿਤੇ ਵੋਟਾਂ ਲੈਣ ਆਉਂਦੇ। ਤੁਸੀਂ ਕਦੇ ਮੁੱਦਾ ਨਹੀਂ ਚੱਕਿਆ ਉਹਨਾਂ ਨੂੰ, ਕਿਹਾ ਨਹੀਂ ਕਿ ਵੀ ਸਾਡੇ ਕੰਪਨੀ 'ਚ ਪੈਸੇ ਡੁੱਬਿਆ, ਸਾਡੇ ਪੈਸੇ ਦਿਵਾਓ? ਮੁੱਦਾ ਤਾਂ ਅਸੀਂ ਕਾਫੀ ਵਾਰ ਕਿਹਾ ਵਾ, ਜਿਨ੍ਹਾਂ ਨੂੰ ਪਾਲਿਸੀ ਜਿਨ੍ਹਾਂ ਦੇ ਕੋਲੇ ਸ਼ੁਰੂ ਕਰੀਆਂ ਸੀ, ਪਰ ਸਾਡੀ ਕੋਈ ਵੀ ਨਹੀਂ ਸੁਣਦਾ ਹੈਗਾ ਇਸ ਟਾਈਮ। ਉਹ ਘਰ ਦੇ ਜਿਹੜੇ ਜੀ ਤੁਸੀਂ ਕਹਿ ਰਹੇ ਹੋ ਵੀ ਕਮਾਊ ਸੀਗੇ, ਭਾਈ ਸਾਹਿਬ ਸੀਗੇ, ਮੰਜੇ ਤੇ ਪਏ ਆ, ਦਿਖਾ ਸਕਦੇ ਹੋ ਘਰ ਦੇ ਹਾਲਾਤ? ਹਾਂਜੀ, ਦੇਖ ਲਓ ਜੀ। ਹਾਂ ਦਰਸ਼ਕੋ, ਦਿਖਾਈਆਂ ਤੁਹਾਨੂੰ ਤਸਵੀਰਾਂ ਪਿੰਡ ਰਾਮਗੜ੍ਹ ਦੀਆਂ। ਭੈਣ ਜੀ ਹੁਣੀ ਕਹਿ ਰਹੇ ਨੇ ਘਰ ਦੇ ਵਿੱਚ ਇੱਕ ਕਮਾਈ ਜੀ ਸੀ, ਵੀਰ ਜੀ ਸੀਗੇ, ਪੈਰਾਲਾਈਜ਼ ਹੋਣ ਕਰਕੇ ਕਿਤੇ ਨਾ ਕਿਤੇ ਇਸ ਸਮੇਂ ਮੰਜੇ ਦੇ ਉੱਤੇ ਪਏ ਨੇ। ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਆਪਣੇ ਚੈਨਲ ਤੇ, ਦੇਸ਼ ਦੁਨੀਆ ਦੇ ਉੱਤੇ। ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਨੇ ਆਪਣਾ, ਗਰੀਬ ਪਰਿਵਾਰਾਂ ਨੇ ਆਪਣਾ ਪੇਟ ਕੱਟ ਕੇ ਆਪਣੀ ਆਮਦਨ ਦੇ ਵਿੱਚੋਂ ਪ੍ਰੋਫਿਟ ਲੈਣ ਦੇ ਮਾਰਿਆਂ ਨੇ ਕਿਸ਼ਤਾਂ ਪੇ ਕੀਤੀਆਂ ਸੀਗੀਆਂ, ਪਰ ਕੰਪਨੀ ਕਿਤੇ ਨਾ ਕਿਤੇ ਪੈਸਾ ਲੈ ਕੇ ਨੱਠ ਗਈ ਆ। ਵੀਰ ਹੁਣੀ ਮੰਜੇ ਤੇ ਪਏ ਨੇ। ਭੈਣ ਜੀ ਨੇ ਦੱਸਿਆ ਕਿ ਇਹਨਾਂ ਦੇ ਹਸਬੈਂਡ ਨੇ ਪੈਰਾਲਾਈਜ਼ ਹੋ ਗਿਆ, ਪਰਮਾਤਮਾ ਨੇ ਅਜਿਹੀ ਸੱਟ ਮਾਰੀ ਹੈ ਕਿ ਪੈਸਾ ਕੰਪਨੀ ਨੇ ਤਾਂ ਕੀ ਮੋੜਨਾ ਸੀਗਾ, ਉੱਤੋਂ ਦਵਾਈਆਂ ਤੋਂ ਲਾ ਇਲਾਜ ਹੋਏ ਪਏ ਨੇ। ਗੱਲਬਾਤ ਕਰਦੇ ਵੀਰ ਦੇ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕੀ ਨਾਮ ਹੈ ਜੀ ਤੁਹਾਡਾ? ਹਰਪ੍ਰੀਤ ਸਿੰਘ ਆ ਜੀ। ਬਾਈ ਜੀ ਮੰਜੇ ਤੇ ਪਏ ਹੋ, ਕੀ ਚੱਕਰ ਆ? ਕੀ ਕੋਈ ਪ੍ਰੋਬਲਮ ਆ, ਕੋਈ ਦਿੱਕਤ ਪਰੇਸ਼ਾਨੀ ਹੈ? ਹਾਂਜੀ, ਦਸੰਬਰ 'ਚ ਮੈਨੂੰ ਪੈਰਾਲਾਈਜ਼ ਹੋ ਗਿਆ ਸੀ ਜੀ। ਅੱਛਾ ਜੀ। ਹਾਂਜੀ, ਮੈਂ ਜਦਾਂ ਹੀ ਬੈੱਡ ਤੇ ਹੀ ਪਿਆ ਜੀ, ਬੈੱਡ ਤੇ ਹੀ ਸਭ ਕੁਝ ਹੁੰਦਾ ਜੀ। ਅੱਛਾ। ਹਾਂਜੀ। ਤੇ ਬਾਈ ਜੀ ਅੱਜ ਤੁਹਾਡੇ ਪਿੰਡ ਪਹੁੰਚੇ ਆ, ਸੁਣਨ ਚ ਆਈ ਸੀ ਗੱਲ ਕਿ ਇੱਕ ਪਰਲ ਨਾਂ ਦੀ ਕੰਪਨੀ ਦੇ ਵਿੱਚ ਤੁਹਾਡੇ ਪਿੰਡ ਦੇ ਨਹੀਂ ਪੂਰੇ ਪੰਜਾਬ ਦੇ 30 ਲੱਖ ਪਰਿਵਾਰਾਂ ਨੇ ਪੈਸਾ ਇਨਵੈਸਟ ਕੀਤਾ ਸੀਗਾ। ਕਿਤੇ ਨਾ ਕਿਤੇ ਗਰੀਬ ਲੋਕਾਂ ਨੇ ਪੈਸਾ ਇਨਵੈਸਟ ਕੀਤਾ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ 4 ਸਾਲਾਂ ਨੂੰ 5 ਸਾਲਾਂ ਨੂੰ ਦੁੱਗਣੇ ਕਰਕੇ ਜਾਂ ਡੇਢੇ ਕਰਕੇ ਮੋੜੂਗੀ ਕੰਪਨੀ। ਪੈਸਾ ਵਾਪਸ ਮਿਲਿਆ ਤੁਹਾਨੂੰ? ਨਹੀਂ ਜੀ, 2010 ਦੇ ਵਿੱਚ ਅਸੀਂ ਸ਼ੁਰੂ ਕੀਤੀਆਂ ਸੀ ਕਰਾਉਣੀਆਂ ਕਿਸ਼ਤਾਂ ਜੀ। ਹਾਂਜੀ, ਕਰਦੇ ਕਰਦੇ ਜਿਵੇਂ ਵੀ ਹੁੰਦੇ ਸੀ ਅਸੀਂ ਕਰਾਉਂਦੇ ਰਹੇ ਹਾਂ ਜੀ ਪੈਸੇ ਜਮ੍ਹਾਂ, ਪਰ ਸਾਨੂੰ ਕੋਈ ਪੈਸਾ ਵਾਪਸ ਨਹੀਂ ਮੁੜਿਆ ਜੀ ਅੱਜ ਕਿੰਨੇ ਤੱਕ। ਸਾਲ ਤੱਕ ਬਾਈ ਜੀ ਕਿਸ਼ਤਾਂ ਭਰੀਆਂ ਨੇ ਕੰਪਨੀ ਨੂੰ? ਘੱਟੋ ਘੱਟ 5 ਸਾਲ ਹੋ ਗਏ ਜੀ ਭਰਦਿਆਂ ਨੂੰ। 5 ਸਾਲਾਂ ਦੇ ਵਿੱਚ ਕਿੰਨਾ ਪੈਸਾ ਹੁਣ ਤੱਕ ਤੁਸੀਂ ਦੇ ਚੁੱਕੇ ਹੋ ਕੰਪਨੀ? ਘੱਟੋ ਘੱਟ 2-2.5 ਲੱਖ ਚਲੇ ਗਿਆ ਜੀ। 2-2.5 ਲੱਖ ਚਲਾ ਗਿਆ। ਹਾਂਜੀ। ਹੁਣ ਤੁਸੀਂ ਮੰਜੇ ਤੇ ਪਏ ਹੋ, ਤੁਹਾਡਾ ਤਾਂ ਮਿਲਦਾ ਦਵਾਈ ਬੂਟੀ ਤੋਂ ਚੱਲਦੀ ਹੋਣੀ ਹੈ ਤੁਹਾਡੀ। ਦਿਖਾਈ ਰਾਜ ਖੋਲ ਕੇ ਜਰਾ। ਤੇ ਦਵਾਈ ਵੀ ਬਹੁਤ ਮਹਿੰਗੀ ਹਸਪੀਟਲ ਦੀ ਲੱਗਦੀ ਹੈ ਮੈਨੂੰ ਤੁਹਾਡੀ ਦਵਾਈ। ਤੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਵੀਰ ਹੁਣੀ ਮੰਜੇ ਤੇ ਪਏ ਨੇ। ਪ੍ਰਾਈਵੇਟ ਹਸਪੀਟਲ ਹੈ, ਕਿੰਨਾ ਮਹਿੰਗਾ ਹਸਪੀਟਲ ਆ, ਔਰ ਇਲਾਜ ਚੱਲ ਰਿਹਾ ਹੋਗਾ। ਕਿਸ ਤਰ੍ਹਾਂ ਪਰਿਵਾਰ ਗੁਜ਼ਾਰਾ ਕਰ ਰਿਹਾ ਬਾਈ ਜੀ? ਕਿੱਦਾਂ ਦਵਾਈਆਂ ਦੇ ਨਾਲ ਦਵਾਈ ਖਾ ਰਹੇ ਹੋ ਕਿ ਘਰ ਚਲਾ ਰਹੇ ਹੋ? ਨਹੀਂ ਜੀ, ਦਵਾਈਏ ਖਾ ਰਹੇ ਹਾਂ ਜੀ। ਘਰ ਤਾਂ ਬਹੁਤ ਔਖਾ ਮੁਸ਼ਕਲ ਚਲਾਉਣਾ ਜੀ। ਆਂਢੀਆਂ ਗੁਆਂਢੀਆਂ ਤੋਂ ਫੜ ਕੇ, ਰਿਸ਼ਤੇਦਾਰਾਂ ਤੋਂ ਫੜ ਕੇ ਦਵਾਈਆਂ ਲੈ ਰਹੇ ਹਾਂ ਜੀ। ਤੇ ਜਿਹੜੀ ਹੁਣ ਤੁਹਾਡੇ ਪਿੰਡ ਦਾ ਇੱਕ ਸਮਾਜ ਸੇਵੀ ਮੁੰਡਾ ਕਮਲ ਮੰਗਟ ਆ, ਉਹਨੇ ਇਹ ਮੁੱਦਾ ਚੱਕਿਆ ਵਾ ਵੀ ਜਿਹੜੀ ਪਰਲ ਕੰਪਨੀ ਪੈਸੇ ਲੈ ਕੇ ਨੱਠ ਗਈ ਆ ਲੋਕਾਂ ਦੇ, ਤੇ ਆਪਣੇ ਪਿੰਡ ਤੋਂ ਉਹਨੇ ਮੁਹਿੰਮ ਸ਼ੁਰੂ ਕੀਤੀ ਆ। ਉਹਨਾਂ ਦੇ ਇਸ ਉਪਰਾਲੇ ਨੂੰ ਕਿੱਦਾਂ ਦੇਖਦੇ? ਬਹੁਤ ਵਧੀਆ ਕਮਲਵੀਰ ਕਰ ਰਿਹਾ ਜੀ। ਅਸੀਂ ਤਾਂ ਵਧੀਆ ਕਹਿੰਦੇ ਉਹਨਾਂ ਨੂੰ ਸਾਡੇ ਪੈਸੇ ਵਾਪਸ ਕਰਾ ਦੇਣ, ਇੰਨੇ ਹੀ ਸਾਨੂੰ ਤਾਂ ਵੀਰ ਤੇ ਮੈਂ ਬਹੁਤ ਵਧੀਆ ਜੀ। ਅੱਛਾ। ਔਰ ਹੁਣ ਜਿੱਦਾਂ ਵੋਟਾਂ ਆਉਣੀਆਂ ਨੇ 2022 ਦੀਆਂ ਚੋਣਾਂ, ਤੁਹਾਡੇ ਗੇਟਾਂ ਦੇ ਵਿੱਚ ਲੀਡਰਾਂ ਨੂੰ ਘਰਾਂ ਘਰੀ ਆ ਕੇ ਤੁਹਾਡੇ ਕੋਲ ਵੋਟਾਂ ਮੰਗਣੀਆਂ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਕਹੋਗੇ ਨਹੀਂ ਵੀ ਸਾਡਾ ਪੈਸਾ ਕੰਪਨੀ 'ਚ ਲੱਗਾ, ਸਾਡਾ ਪੈਸਾ ਡੁੱਬ ਗਿਆ, ਸਰਕਾਰ ਭਰਾਈ ਕਰਾਵੇ। ਔਰ ਜਿਹੜੇ ਪਾਵਰ ਦੇ ਵਿੱਚ ਬੈਠੇ ਨੇ ਇਹਨਾਂ ਦਾ ਫਰਜ਼ ਨਹੀਂ ਬਣਦਾ ਤੁਹਾਨੂੰ ਪੈਸਾ ਵਾਪਸ ਕਰਾਉਣਾ? ਹਾਂਜੀ, ਚਾਹੀਦਾ ਤਾਂ ਹੈਗਾ, ਫਰਜ਼ ਬਣਿਆ ਤਾਂ ਬਣਦਾ, ਪਰ ਕੋਈ ਨਹੀਂ ਆ ਕੇ ਪੁੱਛਦਾ ਜੀ। ਬਹੁਤ ਟਾਈਮ ਹੋ ਗਿਆ, ਕੋਈ ਨਹੀਂ ਆਇਆ ਜੀ, ਨਾ ਕਿਸੇ ਨੇ ਸਾਡੀ ਮਦਦ ਕਰੀ ਆ ਜੀ। ਘਰ ਦੇ ਵਿੱਚ ਬੱਚੇ ਵੀ ਹੋਣਗੇ, ਵਿਆਹੁਣ ਲਾਇਕ ਧੀ ਵੀ ਆ, ਪੁੱਤਰ ਵੀ ਆ, ਇਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚਾ, ਕਰੋਨਾ ਦਾ ਸਮਾਂ ਚੱਲ ਰਿਹਾ, ਲੋਕ ਤਾਂ ਕੰਮਾਂ ਕਰਨ ਤੋਂ ਵੈਸੇ ਹੀ ਆਵਾਜ਼ਾਰ ਹੋ ਗਿਆ। ਤੁਹਾਡਾ ਗੁਜ਼ਾਰਾ ਕਿੱਦਾਂ ਹੋ ਰਿਹਾ ਵਾ? ਇੱਕ ਲਾਕਡਾਊਨ ਕਰਕੇ ਨਹੀਂ ਸਕੂਲ ਖੁੱਲ੍ਹੇ ਸੀਗੇ ਹਜੇ, ਚਲੋ ਠੀਕ ਆ, ਪਰ ਹੁਣ ਸਕੂਲ ਖੁੱਲ੍ਹਣ ਲੱਗ ਗਏ, ਹੁਣ ਸਾਨੂੰ ਔਖਾ ਹੋ ਜਾਣਾ ਅੱਗੇ ਤੋਂ। ਹਾਂਜੀ, ਮੰਗਣਗੇ ਜੀ। ਤੇ ਕਿੱਦਾਂ ਮੈਨੇਜ ਕਰੋਗੇ ਸਾਰਾ ਕੁਝ? ਮੈਂ ਜੀ ਦੇਖੋ ਜੀ, ਕਿ ਜੇ ਪੁੱਛਾਂਗੇ ਕਿਸੇ ਤੋਂ ਫੜ ਕੇ ਕਰਾਂਗੇ, ਪਰ ਸਾਨੂੰ ਤਾਂ ਕੋਈ ਲੱਗਦਾ ਨਹੀਂ ਮਦਦ ਕਰੂਗਾ। ਬਾਕੀ ਪਰਲ ਤੇ ਹੀ ਆ ਸਾਡੀ ਤਾਂ ਉਮੀਦ, ਜੇ ਸਾਡੇ ਪੈਸੇ ਵਾਪਸ ਮੁੜੇ ਹੋਣ ਤਾਂ ਇੰਨਾ ਹੀ ਵਧੀਆ। ਦਰਸ਼ਕੋ ਦੇਖ ਸਕਦੇ ਹੋ ਵੀਰ ਦੇ ਹਾਲਾਤ ਕਿਸ ਤਰ੍ਹਾਂ। ਮੰਜੇ ਦੇ ਇੱਕੋ ਘਰ ਦਾ ਇੱਕ ਜੀ ਸੀ, ਕਮਾਊ ਜੀ ਸੀਗਾ, ਮੰਜੇ ਦੇ ਉੱਤੇ ਪਿਆ ਵਾ। ਪਿੰਡ ਦੀਆਂ ਧੀਆਂ ਭੈਣਾਂ ਖੜੀਆਂ ਨੇ ਹੱਥਾਂ ਦੇ ਵਿੱਚ, ਪੂਰੇ ਪਿੰਡ ਦੇ ਨਾਲ ਕਿਤੇ ਨਾ ਕਿਤੇ ਕੰਪਨੀ ਨੇ ਠੱਗੀ ਮਾਰ ਲਈ ਆ। ਹੱਥਾਂ ਦੇ ਵਿੱਚ ਕਾਗਜ਼ ਪੱਤਰ ਲੈ ਕੇ ਲੋਕ ਖੜੇ ਆ, ਜਿਨ੍ਹਾਂ ਨੇ ਕਿ ਆਪਣਾ ਘਰ ਦੀ ਸੇਵਿੰਗ ਦੇ ਵਿੱਚੋਂ ਲੇਡੀਜ਼ ਨੇ ਪੈਸਾ ਕੱਟ ਕੇ ਕਿਸੇ ਤਰੀਕੇ ਕੰਪਨੀ ਨੂੰ ਦਿੱਤਾ ਪੈਸਾ ਕਿ ਦੁੱਗਣਾ ਹੋ ਜਾਵੇ, ਡੇਢਾ ਹੋ ਜਾਵੇ। ਕੰਪਨੀ ਲਾਲਚ ਦਿੰਦੀ ਆ ਲੋਕਾਂ ਨੂੰ, ਪਰ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਠੱਗੀ ਵੱਜੀ ਆ, ਪੈਸਾ ਨਹੀਂ ਮੋੜਿਆ ਗਿਆ ਹੈਗਾ। ਪੂਰੇ ਪੰਜਾਬ 'ਚ 30 ਲੱਖ ਪਰਿਵਾਰ ਇਹੋ ਜਿਹਾ ਵਾ ਕਿ ਜਿਨ੍ਹਾਂ ਦੇ ਕੋਲੋਂ ਪੈਸਾ ਲੈ ਲਿਆ ਕੰਪਨੀ ਨੇ, ਪਰ ਕਿਸੇ ਨੂੰ ਰੁਪਈਆ ਅਜੇ ਤੱਕ ਨਹੀਂ ਮੋੜਿਆ ਹੈਗਾ।
ਇਦਾਂ ਦੇ ਪਿੰਡ ਦੇ ਵਿੱਚ ਕਈ ਘਰ ਅਸੀਂ ਤੁਹਾਨੂੰ ਕਈ ਘਰਾਂ ਦੇ ਨਾਲ ਗੱਲਬਾਤ ਕਰਾਈ ਆ। ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਾਲਾਤ ਪੈਦਾ ਇਹੋ ਜਿਹੇ ਹੋਏ ਨੇ ਕਿ ਲੋਕ ਗਰੀਬਾਂ ਦਾ ਬਹੁਤ ਬੁਰਾ ਹਾਲ ਆ। ਲੋਕ ਦਵਾਈ ਤੋਂ ਆਵਾਜ਼ਾਰ ਮੰਜਿਆਂ ਦੇ ਉੱਤੇ ਪਏ ਨੇ। ਕਿਤੇ ਨਾ ਕਿਤੇ ਸਰਕਾਰਾਂ ਤੋਂ ਆਸ ਰੱਖਦੇ ਆ ਕਿ ਇਹ ਮੁੱਦਾ ਚੱਕਿਆ ਜਾਵੇ, ਪਰਲ ਕੰਪਨੀ ਦੀ ਪ੍ਰਾਪਰਟੀ ਸੇਲ ਕੀਤੀ ਜਾਵੇ, ਇਹਨਾਂ ਦਾ ਪੈਸਾ ਵਾਪਸ ਦਵਾਇਆ ਜਾਵੇ। ਧੰਨਵਾਦ ਦਰਸ਼ਕੋ, ਦੇਖਦੇ ਰਹੋ ਦੇਸ਼ ਦੁਨੀਆ ਚੈਨਲ। ਮੈਂ ਕੈਮਰਾਮੈਨ ਸੁਰਿੰਦਰ ਨਾਲ ਲੁਧਿਆਣਾ ਤੋਂ ਰਵਿੰਦਰ ਜੋਤੀ।